एको जप एको सालाहे, एक सिमर एको मन आहे। एकस के गुण गाओ अनंत, मन तन जाप एक भगवंत। एको एक एक हरि आप, पूर्ण पूर रह्यो प्रभ व्याप। अनेक विस्तार एक ते भये, एक आराध पराशत गए। मन तन अंतर एक प्रभ राता, गुर प्रसाद नानक एक जाता। मन तन अंतर एक प्रभ राता, गुर प्रसाद नानक एक जाता। सनातन समय तो ही धार्मिक ਗਿਆਨ ਰੱਖਣ ਵਾਲਿਆਂ ਨੂੰ ਖਿਆਲ ਵਿੱਚ ਆਇਆ ਹੈ ਵੀ ਮਨ ਦੀ ਸਥਿਰਤਾ ਅਨੇਕ ਤੇ ਨਹੀਂ ਹੁੰਦੀ ਹੈ। ਮਨ ਪੈਦਾ ਹੀ ਅਨੇਕ ਤੋਂ ਹੁੰਦਾ ਹੈ। ਇੱਕ ਤੋਂ ਮਨ ਦੀ ਪੈਦਾਇਸ਼ ਨਹੀਂ ਹੁੰਦੀ ਹੈ। परमात्मा एक है, संसार अनेक है। इसे करके ही धार्मिक ज्ञानवान पुरुषों ने एक बारे ज्यादा इशारा किया है। एको सिमरो एकस के गुण गाओ। वार वार उपदेश एक दा चिंतन, एक दा सिमरन, एक दे गुण गाउने, एक दा ध्यान करना, एक दा ख्याल करना, ये वार वार किया गया है। एक परमात्मा जां एक ही गुरु, बहुतियां दा नहीं ख्याल करना। ऐसा भी धार्मिक व्यक्ति कहते हैं कि संसार भी परमात्मा है, फिर भी कहते संसार का चिंतन नहीं करना, परमात्मा का करना। फिर पूछा जाए कि अगर संसार ही परमात्मा है, फिर असीं संसार का चिंतन करते हैं जो परमात्मा का ही रूप है। जो दिसै सो तेरा रूप, ਉਹਦਾ ही रूप है। तो तुसीं कहंदे ਉਹਦਾ चिंतन करो, असीं करते रहे रात दिन संसारी लोग, सब कुछ परमात्मा ही है ना, तो ਉਹਦਾ ही चिंतन करते। संसार परमात्मा ही, यह जग सच्चे की है कोठड़ी सच्चे का विश्वास। सब गोबिंद है, सब गोबिंद है, गोबिंद बिन नहीं कोई। अगर तुसी कहंदे हो परमात्मा का चिंतन करो, सिमरन करो, असीं करते रहे ही। संसार भी परमात्मा का ही है, पर नाल नाल ये भी कहंदे हन कि संसार का चिंतन नहीं करना, एक दा चिंतन करना। नाल नाल ये भी कहंदे हन कि संसार भी परमात्मा है, सब कुछ ही परमात्मा है। कदे भी अपने मन च यह सवाल नहीं उठिया कि अगर संसार ही परमात्मा है तो संसार का चिंतन माड़ा। अक्सर ये गल ख्याल विच आउंदी है, जिहड़े धार्मिक रस्ते ते चलते हैं परमात्मा के मार्ग ते, अगर ते वो वास्तविक चल रहे हों, खोजी हों, चिंतक हों, उन्हां नूं प्रश्न उठते हैं। जिहड़ा कोई खोजदा नहीं, चिंतन नहीं करता है, उन्होंने कोई भी प्रश्न ऐसे नहीं उठते, क्योंकि खोज ही नहीं है। जिहदी खोज है उन्होंने ऐसा सवाल उठते हैं, उठ भी सकते हैं, पर आपां नूं कदी नहीं उठे।
ਕਿਉਂ ਨਹੀਂ ਉੱਠਦੇ ਹਨ ਵੀ ਆਪਾਂ ਇਹ ਖੋਜ ਨਹੀਂ ਪੂਰੀ ਕਰਦੇ, ਤਰਕ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਸੋਚਦੇ ਨਹੀਂ, ਇਸ ਪੱਖ ਦੀ ਕੋਈ ਗਹਿਰੀ ਡੂੰਘਾਈ ਦੇ ਨਾਲ ਖੋਜ ਨਹੀਂ ਹੈ। ਸਿਰਫ ਸੁਣ ਲਿਆ, ਠੀਕ ਹੈ ਜੀ, ਇਸ ਤਰ੍ਹਾਂ ਉਪਲਬਧੀ ਨਹੀਂ ਹੁੰਦੀ। ਚੱਲੋਗੇ ਖੋਜੋਗੇ, ਚੱਲੋਗੇ ਖੋਜੋਗੇ, ਪ੍ਰਸ਼ਨ ਵੀ ਉੱਠਣਗੇ। ਉੱਠਣੇ ਸੁਭਾਵਿਕ, ਉੱਠਣੇ ਵੀ ਚਾਹੀਦੇ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਇਹ ਸੰਸਾਰ ਹੀ ਪ੍ਰਮਾਤਮਾ ਦਾ ਰੂਪ ਹੈ, ਫਿਰ ਆਪਾਂ ਇਹ ਵੀ ਸਵਾਲ ਕਰ ਸਕਦੇ ਹਾਂ ਵੀ ਪ੍ਰਮਾਤਮਾ ਦਾ ਰੂਪ ਦਾ ਧਿਆਨ ਅਸੀਂ ਕਰ ਰਹੇ ਹਾਂ, ਦਿਨ ਰਾਤ ਚਿੰਤਨ ਕਰਦੇ ਹਾਂ, ਸਿਮਰਨ ਕਰ ਰਹੇ, ਇਹਦੇ 'ਚ ਬੁਰਾ ਕੀ ਹੈ? ਤੁਸੀਂ ਕਹਿੰਦੇ ਪ੍ਰਮਾਤਮਾ ਦਾ ਚਿੰਤਨ ਕਰੋ। ਫਿਰ ਉਹ ਆਪਾਂ ਨੂੰ ਜਵਾਬ ਦੇਣਗੇ ਵੀ ਹੈ ਤੇ ਸਾਰਾ ਪ੍ਰਮਾਤਮਾ ਦਾ ਹੀ ਰੂਪ, ਪ੍ਰਮਾਤਮਾ ਤੋਂ ਸਿਵਾ ਕੁਛ ਹੈ ਨਹੀਂ, ਇੱਕੋ ਤੋਂ ਹੀ ਬਣਿਆ ਹੋਇਆ ਹੈ, ਬਲਕਿ ਉਹਦੇ ਤੋਂ ਹੀ ਬਣਿਆ ਹੋਇਆ, ਉਹਦੇ ਅੰਦਰੋਂ ਹੀ ਨਿਕਲਿਆ ਹੋਇਆ, ਅਲੱਗਾ ਕੁਝ ਵੀ ਨਹੀਂ, ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਪਰ ਕਾਰਨ ਇਹ ਹੈ ਵੀ ਆਪਣਾ ਮਨ ਥਿਰ ਹੋਣਾ ਚਾਹੀਦਾ ਉਹਨੂੰ ਦੇਖਣ ਵਾਸਤੇ। ਥਿਰ ਕਹਿ ਲਈਏ ਮਨ ਜਾਂ ਮਨ ਤੋਂ ਰਹਿਤ ਕਹਿ ਲਈਏ, ਇੱਕੋ ਹੀ ਗੱਲ ਹੈ। ਤਾਂ ਹੀ ਆਪਾਂ ਉਹਨੂੰ ਦੇਖ ਸਕਦੇ ਹਾਂ। ਤੇ ਸੰਸਾਰ ਹੈ ਅਨੇਕ, ਭਾਵੇਂ ਉਹਦਾ ਹੀ ਰੂਪ ਹੈ, ਤੇ ਅਨੇਕਤਾ ਦੇ ਵਿੱਚ ਆਪਣਾ ਮਨ ਭੱਜਾ ਫਿਰਦਾ ਹੈ। ਆਪਾਂ ਦੇਖੀਏ ਨਾ, ਅੱਖਾਂ ਬੰਦ ਕੀਤੀਆਂ ਹੋਈਆਂ, ਖਿਆਲ ਕਰੋ ਤੇ ਮਨ ਕਿਤਨਾ ਨੱਠਦਾ ਹੈ, ਕਦੀ ਘਰ ਵੱਲ, ਪਰਿਵਾਰ ਵੱਲ, ਪੈਸੇ ਵੱਲ, ਧਨ ਵੱਲ, ਕਿਸੇ ਮਿੱਤਰ ਵੱਲ, ਕੋਈ ਵਿਆਹ ਸ਼ਾਦੀ, ਕੋਈ ਹੋਰ 100 ਮਨ ਦੇ ਵਿੱਚ ਵਿਚਾਰਾਂ ਚੱਲ ਰਹੀਆਂ, ਅਨੇਕ ਪਾਸੇ ਦੌੜ ਰਿਹਾ, ਹਰ ਵਕਤ ਟੱਪਦਾ ਹੀ ਫਿਰਦਾ ਹੈ। ਥਿਰ ਘਰ ਬੈਸੋ ਹਰ ਜਨ ਪਿਆ, ਥਿਰ ਨਹੀਂ ਬੈਠਦਾ ਹੈ ਘਰ ਆਪਣਾ, ਇਹ ਤਾਂ ਭੱਜਿਆ ਹੀ ਫਿਰਦਾ ਰਾਤ ਦੇ। ਤਾਂ ਇੰਨੀ ਸਪੀਡ 'ਚ ਜਿਹੜਾ ਚੱਲ ਰਿਹਾ ਹੈ, ਉਹ ਪਰਮਾਤਮਾ ਨੂੰ ਕਿਵੇਂ ਦੇਖ ਸਕਦਾ ਹੈ? ਆਪਾਂ ਇਉਂ ਸਮਝ ਲਈਏ ਵੀ ਆਪਾਂ ਬੜੀ ਸਪੀਡ ਦੇ ਨਾਲ ਨੱਠ ਰਹੇ ਹੋਈਏ, ਕਿਸੇ ਗੱਡੀ ਤੇ ਜਾਂ ਟ੍ਰੇਨ ਤੇ ਜਾ ਰਹੇ ਹੋਈਏ, ਆਪਾਂ ਦੇਖਿਆ ਚਾਰ ਚੁਫੇਰੇ ਆਪਾਂ ਨੂੰ ਦਰਖਤ ਸਾਫ਼ ਨਹੀਂ ਦਿਖਾਈ ਦਿੰਦੇ ਹਨ, ਕਿਉਂਕਿ ਮਨ ਇੰਨੀ ਸਪੀਡ ਦੇ ਵਿੱਚ, ਇੰਨੀ ਤੇ ਕਿਸੇ ਚੀਜ਼ ਦੀ ਵੀ ਸਪੀਡ ਨਹੀਂ ਹੈ ਜਿੰਨੀ ਮਨ ਦੀ। ਹਵਾਈ ਜਹਾਜ਼ ਦੇ ਵਾ ਆਪਾਂ ਕਈਆਂ ਨੇ ਸਫ਼ਰ ਕੀਤਾ, ਜਾਣਦੇ ਕਿੰਨੀ ਸਪੀਡ ਨਾਲ ਉੱਡਦਾ, ਕੁਛ ਦਿਖਦਾ ਚਾਰ ਜਦੋਂ ਉੱਪਰ ਉੱਡਦਾ ਤੇ ਇਮਾਰਤਾਂ ਵੀ ਨਹੀਂ ਦਿਖਦੀਆਂ ਹਨ, ਖੱਡੇ ਵੀ ਨਹੀਂ ਦਿਖਦੇ, ਆ ਪਹਾੜ ਵੀ ਨਹੀਂ ਦਿਖਦੇ। ਜਿੰਨੀ ਉਚਾਈ ਤੇ ਪਹੁੰਚ ਜਾਓ ਉਨਾ ਘੱਟ ਦਿਖਦਾ ਹੈ, ਉੱਚਾ ਨਹੀਂ, ਕੁਛ ਵੀ ਨਜ਼ਰ ਨਹੀਂ ਆਉਂਦਾ। ਤੇ ਮਨ ਇੰਨਾ ਤੇਜ਼ੀ ਦੇ ਨਾਲ ਜਾ ਰਿਹਾ ਹੈ, ਪਰਮਾਤਮਾ ਨੂੰ ਦੇਖੋ ਕਿਵੇਂ? ਦੇਖ ਨਹੀਂ ਸਕਦੇ। ਆਪਾਂ ਥਿਰ ਹੋਵਾਂਗੇ ਤੇ ਦੇਖਾਂਗੇ। ਹੈ ਆਪਣੇ ਕੋਲ ਪਰਮਾਤਮਾ, ਪਰ ਆਪਾਂ ਬੜੀ ਤੇਜ਼ੀ 'ਚ, ਆਪਣੀ ਸਪੀਡ ਬਹੁਤ ਜ਼ਿਆਦਾ ਹੈ। ਆਪਣਾ ਮਨ ਟੱਪਦਾ ਫਿਰਦਾ ਬਾਂਦਰ ਵਾਂਗ, ਕਦੀ ਇਸ ਚੀਜ਼ ਤੇ, ਕਦੀ ਇਸ ਚੀਜ਼ ਤੇ, ਕਦੀ ਉਸ ਚੀਜ਼ ਤੇ, ਕਦੀ ਇੱਧਰ, ਕਦੀ ਉੱਧਰ, ਕਦੀ ਇੱਧਰ, ਕਦੀ ਇੱਧਰ। ਬਸ ਜਿਵੇਂ ਬਾਂਦਰ ਨਹੀਂ ਛਾਲਾ ਮਾਰਦਾ, ਏਦਾਂ ਮਾਰਦਾ। ਤੇ ਜਿਹੜਾ ਟਪੂਸਣੀਆਂ ਹੀ ਮਾਰੀ ਜਾਂਦਾ, ਛਾਲਾ ਹੀ ਮਾਰੀ ਜਾਂਦਾ, ਉਹ ਜਿਹੜਾ ਥਿਰ ਪਰਮਾਤਮਾ ਹੈ, ਵਰਤਮਾਨ ਦੇ ਵਿੱਚ ਵਰਤ ਰਿਹਾ, ਉਹਨੂੰ ਆਪਾਂ ਦੇਖਾਂਗੇ ਕਿਵੇਂ? ਦੇਖ ਨਹੀਂ ਸਕਦੇ। ਤੇ ਜਿੰਨਾ ਮਨ ਵਿਸਤ੍ਰਿਤ ਹੁੰਦਾ ਹੈ, ਜ਼ਿਆਦੀਆਂ ਚੀਜ਼ਾਂ ਤੇ ਘੁੰਮਦਾ, ਜ਼ਿਆਦੀਆਂ ਚੀਜ਼ਾਂ ਤੇ ਨੱਠਦਾ, ਓਨਾ ਹੀ ਮਨ ਅਸ਼ਾਂਤ ਹੁੰਦਾ। ਜਿੰਨਾ ਜ਼ਿਆਦੀਆਂ ਚੀਜ਼ਾਂ ਤੇ ਘੁੰਮਦਾ, ਟਿਕ ਨਹੀਂ ਸਕਦਾ। ਟਿਕਣ ਵਾਸਤੇ ਘੱਟ ਤੋਂ ਘੱਟ ਵਸਤੂਆਂ ਚਾਹੀਦੀਆਂ। ਇਹ ਸਨਾਤਨ ਸਮੇਂ ਖਿਆਲ ਵਿੱਚ ਆਇਆ ਸੀ ਸਾਧੂਆਂ ਦਾ, ਜਿਹੜੇ ਘਰ ਬਾਹਰ ਛੱਡ ਕੇ ਬਾਹਰ ਦੂਰ ਗੁਫਾ ਦੇ ਵਿੱਚ ਜਾ ਕੇ ਬੈਠਦੇ, ਜਾਂ ਛੋਟੀ ਕੁਟੀਆ ਜਾਂ ਭੋਰੇ 'ਚ ਬੈਠਦੇ। ਉਹਦਾ ਕਾਰਨ ਇਹੋ ਹੀ ਸੀ ਵੀ ਕੋਈ ਵਿਸਥਾਰ ਨਾ ਹੋਵੇ, ਸੀਮਤ ਹੋਵੇ।
ਤੇ ਸੀਮਤ ਦੇ ਮਨ ਵਿੱਚ ਟਿਕਾਉਣਾ ਸਖਾਲਾ ਹੈ। ਜਿੰਨੀਆਂ ਚੀਜ਼ਾਂ ਸੀਮਤ ਹੋਣ, ਜਿੰਨਾ ਦਾਇਰਾ ਸੀਮਤ ਹੋਵੇ, ਉਹਨਾਂ ਛੇਤੀ ਟਕ ਜਾਂਦਾ ਹੈ। ਜਿੰਨਾ ਦਾਇਰਾ ਵੱਡਾ ਹੋਵੇ, ਚੀਜ਼ਾਂ ਜ਼ਿਆਦੀਆਂ, ਵਸਤੂਆਂ ਜ਼ਿਆਦੀਆਂ, ਕਾਰੋਬਾਰ ਜ਼ਿਆਦਾ, ਓਨਾ ਹੀ ਮਨ ਜਿਹੜਾ ਚੰਚਲ ਹੋ ਜਾਂਦਾ ਹੈ। ਇਸੇ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਗੱਲ ਕਹੀ ਸੀ, ਜਿੰਨੀ ਚੱਲਣ ਜਾਣਿਆ ਸੇ ਨਾ ਕਰੇ ਵਿਥਾਰ। ਜਿਹੜਾ ਚੱਲਣਾ ਜਾਣਦੇ ਹਨ ਪ੍ਰਮਾਤਮਾ ਵਾਲੇ ਮਾਰਗ ਤੇ, ਉਹ ਵਿਸਥਾਰ ਨਹੀਂ ਕਰਦੇ। ਜਿੰਨਾ ਵਿਸਥਾਰ ਜ਼ਿਆਦਾ ਹੋ, ਓਨਾ ਮਨ ਚੰਚਲ ਹੋਣਾ। ਜਿੰਨਾ ਅਡੰਬਰ ਜ਼ਿਆਦਾ ਹੋ, ਜਿੰਨਾ ਕਾਰੋਬਾਰ ਜ਼ਿਆਦਾ ਹੋ। ਹੁਣ ਜਿਹੜੇ ਰਾਜਨੀਤਿਕ ਲੋਕ ਹਨ, ਉਹਨਾਂ ਦਾ ਕਦੇ ਮਨ ਸ਼ਾਂਤ ਹੋ ਸਕਦਾ? ਤੁਸੀਂ ਸੋਚ ਸਕਦੇ ਹੋ। ਆਪਣਾ ਛੋਟਾ ਜਿਹਾ ਪਰਿਵਾਰ ਹੈ, ਕੁਛ ਕੁ ਜੀ ਹਨ ਪਰਿਵਾਰ ਦੇ ਮੈਂਬਰ, ਉਹਨਾਂ ਕਰਕੇ ਕਿੰਨਾ ਮਨ ਚੰਚਲ ਰਹਿੰਦਾ। ਕਿੰਨੀਆਂ ਪ੍ਰੋਬਲਮਾਂ, ਕਿੰਨੀਆਂ ਮੁਸੀਬਤਾਂ। ਆਪਾਂ ਬੈਠਣਾ ਵੀ ਚਾਹੁੰਦੇ ਹਾਂ, ਸ਼ਾਂਤ ਟਿਕਣਾ ਵੀ ਚਾਹੁੰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਚਿੰਤਨ ਵੀ ਕਰਦੇ ਹਾਂ ਥੋੜ੍ਹਾ ਬਹੁਤਾ, ਫਿਰ ਵੀ ਮਨ ਜਿਹੜਾ ਥਿਰ ਨਹੀਂ ਹੁੰਦਾ। ਆਪਾਂ ਸੋਚਦੇ ਹਾਂ ਪਰਿਵਾਰ ਵਿਘਨ ਹੈ, ਕਾਰੋਬਾਰ ਵਿਘਨ ਹੈ, ਘਰ ਵਿਘਨ। ਤੇ ਜਿਨ੍ਹਾਂ ਦਾ ਇੰਨਾ ਜ਼ਿਆਦਾ ਅਡੰਬਰ ਹੈ, ਉਹਨਾਂ ਦਾ ਮਨ ਕਿਵੇਂ ਸ਼ਾਂਤ ਹੋ ਸਕਦਾ? ਕਿੰਨੀਆਂ ਸਮੱਸਿਆਵਾਂ, ਕਿੰਨੇ ਪਾਸੇ ਨਹੀਂ ਮਨ ਭੱਜ ਰਿਹਾ। ਭਾਵੇਂ ਉਹ ਧਾਰਮਿਕ ਆਗੂ ਵੀ ਕਿਉਂ ਨਹੀਂ ਹੈ, ਕਿਉਂਕਿ ਧਾਰਮਿਕ ਆਗੂ ਨੂੰ ਵੀ ਬਹੁਤ ਕੁਛ ਕਰਨਾ ਪੈਂਦਾ ਹੈ ਆਪਣੀ ਕੁਰਸੀ ਬਚਾਉਣ ਵਾਸਤੇ। ਕੁਰਸੀ ਤੇ ਬੈਠਣਾ ਰਹਿਣਾ ਚਾਹੁੰਦਾ ਹੈ ਤਾਂ ਉਹਨੂੰ ਬਹੁਤ ਕੁਛ ਕਰਨਾ ਪਊਗਾ। ਤੇ ਕਿੰਨਾ ਦਾਇਰਾ ਹੈ, ਸਾਰੇ ਦਾਇਰੇ ਦੇ ਵਿੱਚ ਮਨ ਭਜਾਉਣਾ ਪਊ, ਖਿਆਲ ਰੱਖਣਾ ਪਊ ਹਰ ਵਕਤ ਵੀ ਕੋਈ ਊਣਤਾ ਹੀ ਨਾ ਹੋ ਜਾਵੇ, ਕੋਈ ਪ੍ਰੋਬਲਮ ਨਾ ਹੋ ਜਾਵੇ, ਮੇਰੀ ਕੁਰਸੀ ਨਾ ਜਾਂਦੀ ਲੱਗੇ, ਮੇਰਾ ਅਹੁਦਾ ਨਾ ਜਾਂਦਾ ਲੱਗੇ। ਉਹਨਾਂ ਦਾ ਮਨ ਹੋ ਸਕਦਾ ਹੈ ਸ਼ਾਂਤ। ਜਿਹੜੀ ਕੁਰਸੀ ਕੁਛ ਬੰਦਿਆਂ ਦੇ ਆਸਰੇ ਤੇ ਖੜੀ ਹੈ, ਉਹ ਬੰਦੇ ਹਟ ਜਾਣ, ਨਾ ਸਾਥ ਦੇਣ, ਤੇ ਹਰ ਵਕਤ ਹੀ ਖਿਆਲ ਰੱਖਣਾ ਪਊ ਵੀ ਇਹ ਬੰਦੇ ਮੇਰੇ ਨਾਲ ਰਹਿਣਗੇ, ਵੋਟਾਂ ਪਾਉਣਗੇ ਤਾਂ ਮੇਰੀ ਕੁਰਸੀ ਬਚਣੀ। ਕਿਵੇਂ ਮਨ ਹੋ ਸਕਦਾ ਸ਼ਾਂਤ? ਰਾਜਨੀਤਿਕ ਆਦਮੀ ਦਾ ਤਾਂ ਮਨ ਹੋ ਹੀ ਨਹੀਂ ਸਕਦਾ ਸ਼ਾਂਤ, ਤੇ ਕਿੰਨਾ ਮਰਜ਼ੀ ਧਾਰਮਿਕ ਹੋ ਜਾਵੇ। ਬਹੁਤ ਕਠਿਨ ਹੈ। ਬਾਹਰੋਂ ਧਾਰਮਿਕ ਹੋਣਾ ਬੜਾ ਸਖਾਲਾ ਹੈ। ਧਾਰਮਿਕ ਚਿੰਨ੍ਹ ਪਾ ਲੈਣੇ ਵੀ ਸਖਾਲੇ ਹੈ, ਬਾਣਾ ਪਾ ਲੈਣਾ ਵੀ ਔਖਾ ਨਹੀਂ, ਕੋਈ ਵੀ ਪਾ ਸਕਦਾ। ਪਰ ਮਨ ਟਿਕਾਉਣਾ ਬਹੁਤ ਜ਼ਿਆਦਾ ਔਖਾ, ਐਡੀ ਛੇਤੀ ਨਹੀਂ ਟਿਕਦਾ। ਜਿੰਨੀ ਚੱਲਣ ਜਾਣਿਆ ਸੇ ਨਾ ਕਰੇ। ਮਨ ਨੂੰ ਸੰਕੋਚਣਾ, ਜਿੰਨਾ ਵੀ ਸੰਕੋਚ ਸਕਦੇ ਉਹਨਾਂ ਸੰਕੋਚੀ। ਹਾਂ, ਜਿੰਨਾ ਜਿਹੜੇ ਮਨ ਨੂੰ ਸ਼ਾਂਤ ਕਰਨਾ ਜਾਣਦੇ ਹਨ, ਜਿਨ੍ਹਾਂ ਦੇ ਹੱਥ ਕਲਾ ਆ ਗਈ ਹੈ, ਉਹਨਾਂ ਦਾ ਬਾਹਰ ਭਾਵੇਂ ਵਿਸਥਾਰ ਹੁੰਦਾ ਵੀ ਰਵੇ, ਉਹਨਾਂ ਦਾ ਮਨ ਭਟਕਦਾ ਨਹੀਂ ਹੈ। ਪਰ ਜਿੰਨੇ ਅਜੇ ਸ਼ਾਂਤ ਮਨ ਕੀਤਾ ਨਹੀਂ, ਇਹਦੇ ਮਨ ਟਿਕਿਆ ਨਹੀਂ, ਅਜੇ ਭਟਕ ਰਿਹਾ, ਉਹਦੇ ਵਾਸਤੇ ਬਹੁਤ ਔਖਾ ਹੈ ਵੀ ਵਿਸਥਾਰ ਦੇ ਵਿੱਚ ਮਨ ਨੂੰ ਟਿਕਾਉਣ। ਮਨ ਤੇ ਭੱਜਾ ਹੀ ਫਿਰਦਾ ਹੈ, ਟਿਕਣਾ ਤੇ ਚਾਹੁੰਦਾ ਨਹੀਂ, ਇੱਕ ਪਲ ਨਹੀਂ ਟਿਕਣਾ ਚਾਹੁੰਦਾ, ਇੱਕ ਛਿਨ ਨਹੀਂ ਟਿਕਣਾ ਚਾਹੁੰਦਾ। ਇੱਕ ਚੀਜ਼ ਤੋਂ ਦੂਸਰੀ ਤੇ, ਦੂਸਰੀ ਤੋਂ ਤੀਸਰੀ ਤੇ ਨੱਠਾ ਹੀ ਭੱਜਾ ਫਿਰਦਾ ਰਹੇ। ਤੇ ਜਿੰਨਾ ਵੀ ਹੋ ਸਕਦਾ ਮਨ ਨੂੰ ਸੰਕੋਚਣ, ਜਿੰਨਾ ਵੀ ਹੋ ਸਕਦਾ ਕਾਰੋਬਾਰ ਨੂੰ ਸੰਕੋਚਣ, ਵੀ ਘੱਟ ਤੋਂ ਘੱਟ ਮਨ ਦੀ ਗਤੀ ਹੋਵੇ। ਜਿਵੇਂ ਇੱਕ ਘਟਨਾ, ਸੰਤ ਬਾਬਾ ਤਾਰਾ ਸਿੰਘ ਜੀ ਜੋ ਪੱਖੋਵਾਲ ਭੋਰੇ 'ਚ ਰਹਿੰਦੇ ਹੁੰਦੇ ਸਨ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡਾ ਮਨ ਵੀ ਬਾਹਰ ਭੱਜਦਾ ਹੈ, ਸੰਸਾਰ ਦੇ ਵਿੱਚ ਨੱਠਦਾ, ਕੋਈ ਗਤੀ ਹੁੰਦੀ ਹੈ ਮਨ ਦੀ? ਤੁਸੀਂ ਤਾਂ ਭੋਰੇ ਦੇ ਵਿੱਚ ਬੈਠੇ ਰਹਿੰਦੇ ਜੀ।
ਕਹਿੰਦੇ ਗਤੀ ਜ਼ਰੂਰ ਹੁੰਦੀ ਹੈ। ਜਦੋਂ ਅਸੀਂ ਫਿਰ ਭੋਰੇ ਦੇ ਵਿੱਚ ਬੈਠ ਜਾਂਦੇ ਹਾਂ, ਫਿਰ ਭੋਰੇ ਦੇ ਵਿੱਚ ਹੀ ਕੋਸ਼ਿਸ਼ ਕਰਦੇ ਹਾਂ ਵੀ ਗਤੀ ਹੋਵੇ, ਵਿੱਚ ਵਿੱਚ ਹੀ ਨੱਠੇ, ਬਾਹਰ ਨਾ ਜਾਵੇ। ਨੱਠਦਾ ਹੈ ਫਿਰ ਵੀ, ਪਰ ਕੋਸ਼ਿਸ਼ ਇਹ ਹੁੰਦੀ ਵੀ ਭੋਰੇ ਦੇ ਅੰਦਰ ਅੰਦਰ ਨੱਠੇ। ਫਿਰ ਹੌਲੀ ਹੌਲੀ ਨੱਠ ਨੱਠ ਕੇ ਫਿਰ ਆਸਤੇ ਆਸਤੇ ਟਿਕ ਜਾਂਦੇ। ਬਾਹਰ ਜ਼ਿਆਦਾ ਵਿਸਥਾਰ ਹੈ, ਭੋਰੇ ਥੋੜਾ ਜਿਹਾ ਘੱਟ ਹੈ। ਫਿਰ ਇੰਨੀ ਕੁ ਦੌੜ, ਫਿਰ ਸੀਮਤ ਹੋ ਜਾਂਦਾ, ਰੁਕ ਜਾਂਦਾ। ਇਸੇ ਖਿਆਲ ਦੁਆਰਾ ਹੀ ਵਾਰ-ਵਾਰ ਕਿਹਾ ਜਾਂਦਾ ਹੈ ਵੀ ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਏ। ਇੱਕ ਦਾ ਚਿੰਤਨ ਕਰਕੇ ਹੀ ਮਨ ਥਿਰ ਹੋ ਸਕਦਾ। ਆਪਾਂ ਕਹਿੰਦੇ ਹਾਂ ਭਾਸ਼ਾ ਦੇ ਵਿੱਚ ਮਨ ਥਿਰ ਹੁੰਦਾ ਹੈ, ਇੱਕ ਜਗ੍ਹਾ ਤੇ ਟਿਕਿਆ ਹੋਇਆ ਮਨ ਨਹੀਂ ਹੁੰਦਾ ਹੈ। ਗਤੀ ਹੀ ਮਨ, ਆਪਾਂ ਇਉਂ ਸਮਝ ਲਈਏ ਵੀ ਚਲਤੀ ਕਾ ਨਾਮ ਗਾੜੀ। ਆਪਾਂ ਨੂੰ ਖੜੀ ਨੂੰ ਵੀ ਗੱਡੀ ਕਹਿ ਦਿੰਦੇ ਹਾਂ, ਪਰ ਗੱਡੀ ਦਾ ਹਿਸਾਬ ਹੁੰਦਾ ਚੱਲਣਾ। ਚੱਲ ਰਹੀ ਹੈ ਤੇ ਗੱਡੀ, ਜੇ ਖੜੀ ਹੈ ਤਾਂ ਆਪਾਂ ਗੱਡੀ ਵੀ ਕਹਿ ਸਹੀ ਕਹਿੰਦੇ ਤੇ ਭਾਸ਼ਾ ਦੇ ਵਿੱਚ ਗੱਡੀ ਹਾਂ, ਪਰ ਚੱਲਦੀ ਨੂੰ ਕਹਿਣਾ ਚਾਹੀਦਾ। ਏਦਾਂ ਚੱਲਦੇ ਦਾ ਨਾਮ ਮਨ ਹੈ। ਥਿਰ ਹੋ ਗਿਆ ਫਿਰ ਮਨ ਨਹੀਂ। ਵਿਚਾਰ ਚੱਲ ਰਹੇ ਹਨ ਤੇ ਮਨ ਹੈ। ਸੰਕਲਪ ਵਿਕਲਪ ਚੱਲ ਰਹੇ ਹਨ, ਮਨ। ਸੰਕਲਪ ਵਿਕਲਪ ਚੱਲਦਿਆਂ ਦਾ ਨਾਮ ਹੀ ਮਨ ਹੈ। ਨਹੀਂ ਚੱਲ ਰਹੇ ਤਾਂ ਮਨ ਹੈ। ਮਨ ਕੋਈ ਐਸੀ ਚੀਜ਼ ਨਹੀਂ ਹੈ, ਕੋਈ ਵਸਤੂ ਨਹੀਂ ਹੈ ਵੀ ਆਪਣੇ ਅੰਦਰ ਪਈ ਹੋਈ ਹੈ। ਮਨ ਹਰ ਵਕਤ ਹੀ ਬਣਦਾ ਰਹਿੰਦਾ, ਹਰ ਵਕਤ ਹੀ ਮਿਟਦਾ ਰਹਿੰਦਾ। ਜਿਵੇਂ ਖੂਨ ਸਰਕੂਲੇਸ਼ਨ ਕਰਦਾ ਹੈ ਨਾ ਆਪਣੇ ਸਰੀਰ ਦੇ ਵਿੱਚ, ਡਾਕਟਰ ਦੱਸਦੇ ਹਨ ਵੀ ਹਰ ਵਕਤ ਹੀ ਸੈੱਲ ਬਣਦੇ ਰਹਿੰਦੇ ਹਨ, ਨਵੇਂ ਪੁਰਾਣੇ ਟੁੱਟਦੇ ਰਹਿੰਦੇ ਹਨ, ਨਵੇਂ ਬਣਦੇ ਰਹਿੰਦੇ ਹਨ। ਏਦਾਂ ਹੀ ਮਨ ਵੀ ਹਰ ਵਕਤ ਹੀ ਗਤੀ ਕਰਦਾ ਹੈ ਤੇ ਬਣਦਾ ਰਹਿੰਦਾ ਤੇ ਢਹਿੰਦਾ ਰਹਿੰਦਾ, ਟੁੱਟਦਾ ਰਹਿੰਦਾ, ਚੱਲਦਾ ਰਹਿੰਦਾ। ਕੁਛ ਸੰਗ੍ਰਹਿ ਕਰਦਾ ਰਹਿੰਦਾ, ਕੁਛ ਛੱਡਦਾ ਰਹਿੰਦਾ, ਕੁਛ ਫੜਦਾ ਰਹਿੰਦਾ। ਕਈ ਵਾਰ ਹੰਕਾਰ ਜ਼ੋਰ ਮਾਰ ਦਿੰਦਾ, ਕਈ ਵਾਰ ਮੋਹ ਜ਼ੋਰ ਮਾਰ ਜਾਂਦਾ, ਕਈ ਵਾਰ ਲੋਭ, ਕਈ ਵਾਰ। ਇਹ ਮਨ ਚੱਲ ਹੀ ਰਿਹਾ ਹੈ। ਜਿੱਦਾਂ ਖੂਨ ਚੱਲ ਰਿਹਾ ਨਾ ਅੱਠੇ ਪਹਿਰੇ ਤੇ ਸਰੀਰ ਜੀਂਦਾ ਹੈ ਆਪਣਾ, ਏਦਾਂ ਮਨ ਚੱਲ ਰਿਹਾ ਹੈ ਤੇ ਮਨ ਜੀਂਦਾ ਹੈ, ਚੱਲ ਹੀ ਰਿਹਾ ਹੈ ਦਿਨ ਰਾਤ। ਤੇ ਇਹਦੇ ਚ ਵੀ ਗਤੀ ਹੋ ਰਹੀ, ਤੇ ਕੁਛ ਫੜਦਾ ਹੈ, ਕੁਛ ਛੱਡਦਾ ਹੈ, ਕੁਛ ਇੱਕ ਸਾਰ ਨਹੀਂ ਹੈ ਮਨ। ਕਈ ਵਾਰ ਐਸੀਆਂ ਘਟਨਾਵਾਂ ਵੀ ਘਟਦੀਆਂ ਵੀ ਹੰਕਾਰ ਆਪਣੇ ਵਿੱਚ ਜਮੇ ਨਹੀਂ ਹੁੰਦਾ। ਕਦੇ ਕਦੇ ਐਸਾ ਵੀ ਹੋ ਜਾਂਦਾ, ਐਸਾ ਵੀ ਸਮਾਂ ਆ ਜਾਂਦਾ, ਥੋੜੀ ਦੇਰ ਵਾਸਤੇ ਹੀ ਆਉਂਦਾ ਵੀ ਹੰਕਾਰ ਜਮੇ ਨਹੀਂ ਹੁੰਦਾ। ਤੇ ਕਈ ਵਾਰ ਹੰਕਾਰ ਬਹੁਤ ਜ਼ਿਆਦਾ ਹੋ ਜਾਂਦਾ, ਕਈ ਵਾਰ ਲੋਭ ਜ਼ੋਰ ਫੜ ਲੈਂਦਾ। ਅੱਠੇ ਪੈ ਆਪਾਂ ਖਿਆਲ ਲੋਭ ਦਾ ਕਰ ਲੱਗ ਜਾਂਦੇ, ਲੋਭ ਹਟਦਾ, ਮੋਹ ਇੱਕੋ ਚੀਜ਼ ਨਹੀਂ ਸਦਾ ਮਨ ਦੇ ਵਿੱਚ ਰਹਿੰਦੀ। ਮਨ ਗਤੀਸ਼ੀਲ ਹੈ, ਗਤੀਸ਼ੀਲ ਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ, ਚੱਲਦਾ ਰਹਿੰਦਾ ਹੈ, ਪਰ ਤੇ ਵੱਖ-ਵੱਖ ਵਿਸ਼ੇ ਬਦਲਦੇ ਰਹਿੰਦੇ ਆ। ਤੇ ਮਨ ਨੂੰ ਥਿਰ ਕਰਨ ਵਾਸਤੇ ਇੱਕ ਦਾ ਧਿਆਨ, ਤਾਂ ਹੀ ਮਨ ਟਿਕ ਸਕਦਾ ਹੈ। ਇੱਕ ਦਾ ਚਿੰਤਨ, ਇੱਕ ਦਾ ਸਿਮਰਨ। ਉਹ ਇੱਕ ਕੋਈ ਵੀ ਹੋਵੇ, ਗੁਰੂ ਹੋ ਸਕਦਾ। ਪੁਰਾਤਨ ਸਮਿਆਂ 'ਚ ਇਹ ਕੋਸ਼ਿਸ਼ ਬਹੁਤ ਕੀਤੀ ਗਈ। ਮੂਰਤੀ ਦਾ ਵੀ ਧਿਆਨ ਉਹ ਕੰਮ ਕਰ ਸਕਦਾ ਹੈ। ਸਨਾਤਨ ਸਮੇਂ 'ਚ ਬਹੁਤ ਸਾਰੇ ਭਗਤਾਂ ਨੇ ਮੂਰਤੀ ਰੱਖ ਲਈ ਸਾਹਮਣੇ, ਕਈ ਭਗਤਾਂ ਨੇ ਪੱਥਰ ਹੀ ਰੱਖ ਲਿਆ ਸਾਹਮਣੇ। ਪੱਥਰ ਦਾ ਵੀ ਭਾਵ ਇਹ ਵੀ ਇੱਕੋ ਤੇ ਹੀ ਧਿਆਨ ਕਰਨਾ। ਫਿਰ ਇੱਕ ਦੇ ਧਿਆਨ ਤਾਂ ਟਿਕ ਸਕਦਾ ਜੇ ਭਾਵਨਾ ਹੋਵੇ। ਹੁਣ ਪੱਥਰ ਸਾਹਮਣੇ ਰੱਖਤਾ, ਪੱਥਰ ਤੇ ਆਪਣੀ ਭਾਵਨਾ ਨਹੀਂ ਤੇ ਮਨ ਨਹੀਂ ਟਿਕਣਾ। ਭਾਵਨਾ ਹੋਵੇ ਵੀ ਇਹ ਪ੍ਰਮਾਤਮਾ ਹੈ ਪੱਥਰ, ਤੇ ਪ੍ਰਮਾਤਮਾ ਉਹ ਪੱਥਰ ਤੇ ਮਨ ਟਿਕ ਸਕਦਾ। ਮੂਰਤੀ ਹੈ, ਮੂਰਤੀ ਤੇ ਟਿਕ ਸਕਦਾ। ਭਾਵਨਾ ਹੋ ਤੇ ਖਿਆਲ ਇਹ ਕੀਤਾ ਗਿਆ ਵੀ ਜ਼ਰੂਰੀ ਨਹੀਂ ਹੈ ਵੀ ਪ੍ਰਮਾਤਮਾ ਦਾ ਹੀ ਚਿੰਤਨ ਕਰਨਾ, ਕਿਸੇ ਦਾ ਵੀ ਚਿੰਤਨ ਕੀਤਾ ਜਾਵੇ, ਇੱਕ ਦਾ ਕੀਤਾ ਜਾਵੇ, ਉੱਥੇ ਹੀ ਮਨ ਦੀ ਥਿਰਤਾ ਹੋ ਜਾਂਦੀ। ਥਿਰ ਹੋ ਗਿਆ ਮਨ ਤੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ।
ਚਾਰ ਚੁਫੇਰੇ ਹੈ ਹੀ ਪ੍ਰਮਾਤਮਾ, ਉਹਦਾ ਅਨੁਭਵ ਹੋਣ ਲੱਗ ਜਾਂਦਾ ਹੈ। ਫਿਰ ਮਨ ਦੁਆਰਾ ਚੱਲਦੇ, ਮਨ ਦੁਆਰਾ ਨਹੀਂ ਹੋ। ਤੇ ਬਹੁਤ ਸਾਰੇ ਯਤਨ ਕੀਤੇ ਗਏ ਵੀ ਫਿਰ ਕਿਵੇਂ ਕਰਨਾ, ਤੇ ਕਈਆਂ ਨੂੰ ਤੇ ਆਪਣੇ ਗੁਰੂ ਤੇ ਧਿਆਨ ਕਰਕੇ ਮਨ ਥਿਰ ਹੋ ਜਾਂਦਾ। ਇੱਕ ਚੀਨ ਦੇ ਬਹੁਤ ਉੱਚ ਕੋਟੀ ਦੇ ਸੰਤ ਹੋਏ ਹਨ, ਲਾਓ ਤਸੇ। ਉਹ ਇੱਕ ਸੁੱਕੇ ਦਰਖਤ ਥੱਲੇ ਬੈਠੇ ਹੋਏ ਸਨ। ਪਤਝੜ ਦਾ ਟਾਈਮ, ਪੱਤੇ ਨੂੰ ਦੇਖ ਕੇ ਪੱਤਾ ਹਵਾ ਦੇ ਵਿੱਚ ਉੱਪਰੋਂ ਡਿੱਗਾ ਟੁੱਟ ਕੇ ਦਰਖਤ ਨਾਲ, ਤੇ ਹਵਾ ਦੇ ਵਿੱਚ ਉਹ ਕਦੀ ਸੱਜੇ ਜਾਂਦਾ, ਕਦੀ ਖੱਬੇ ਜਾਂਦਾ, ਕਦੀ ਇੱਧਰ ਜਾਂਦਾ, ਕਦੀ ਉੱਧਰ ਜਾਂਦਾ। ਉਹਨੂੰ ਦੇਖਦਿਆਂ ਦੇਖਦਿਆਂ ਹੀ ਮਨ ਥਿਰ ਹੋ ਗਿਆ। ਜਦੋਂ ਮਨ ਥਿਰ ਹੋਇਆ ਤੇ ਪ੍ਰਮਾਤਮਾ ਨੂੰ ਦਰਸ਼ਨ ਹੋ ਗਏ, ਪ੍ਰਮਾਤਮਾ ਖਿਆਲ ਵਿੱਚ ਆ ਗਿਆ। ਪੱਤੇ ਨੂੰ ਦੇਖ ਕੇ ਵੀ ਹੋ ਸਕਦਾ ਉਹ ਕੰਮ। ਗੱਲ ਹੈ ਮਨ ਦੀ ਥਿਰਤਾ ਦੀ। ਉਹ ਕਿਹੜੇ ਕਾਰਨ ਹੁੰਦਾ? ਕਿਸੇ ਕਾਰਨ ਵੀ ਹੋ ਸਕਦਾ। ਜ਼ਰੂਰੀ ਨਹੀਂ ਹੈ ਸਾਰਿਆਂ ਨੂੰ ਇੱਕੋ ਢੰਗ ਦੇ ਨਾਲ ਹੋ। ਕਿਸੇ ਨੂੰ ਕਿਸੇ ਢੰਗ ਨਾਲ ਹੋ ਸਕਦਾ, ਕਿਸੇ ਨੂੰ ਕਿਸੇ ਢੰਗ ਦੇ ਨਾਲ ਥਿਰ ਹੋ ਸਕਦਾ। ਆਪਣੀ ਜਗਿਆਸਾ ਹੋਵੇ, ਲਗਨ ਹੋਵੇ, ਤੇ ਜਿਹੜੇ ਪਾਸੇ ਵਿੱਚ ਲੱਗੇ ਹੋਏ ਆਪਾਂ, ਜਿੱਥੇ ਸ਼ਰਧਾ ਹੈ, ਜਿੱਥੇ ਭਾਵਨਾ, ਉੱਥੇ ਹੀ ਟਿਕਾਉਣ ਦੀ ਕੋਸ਼ਿਸ਼ ਕਰੀਏ ਮਨ। ਭਾਵੇਂ ਇੱਕ ਤਸਵੀਰ ਸਾਹਮਣੇ ਕਿਉਂ ਨਾ ਰੱਖ ਲਈਏ, ਫੋਟੋ। ਜੇ ਗੁਰੂ ਤੇ ਸ਼ਰਧਾ ਹੈ ਤੇ ਗੁਰੂ ਦੀ ਰੱਖ ਲਈ, ਕਿਸੇ ਮਹਾਂਪੁਰਸ਼ ਤੇ ਸ਼ਰਧਾ ਉਹਦੀ ਰੱਖ ਲਈ। ਉੱਥੇ ਹੀ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੀ। ਮਨ ਥਿਰ ਹੋਇਆ ਤੇ ਪ੍ਰਮਾਤਮਾ ਦੇ ਨੇੜੇ ਆ, ਪ੍ਰਮਾਤਮਾ ਦੀ ਹਜ਼ੂਰੀ 'ਚ। ਫੋਟੋ ਨਾਲ ਵੀ ਉਹ ਕੰਮ ਹੋ ਜਾਣਾ। ਆਪਾਂ ਕਹਾਂਗੇ ਕਾਗਜ਼ ਦੀ ਫੋਟੋ, ਇਹਦੇ ਵਿੱਚ ਹੈ ਤੇ ਕੁਝ ਵੀ, ਪਰ ਗੱਲ ਕਾਗਜ਼ ਦੀ ਫੋਟੋ ਦੀ ਨਹੀਂ, ਗੱਲ ਮਨ ਦੀ ਥਿਰਤਾ ਦੀ। ਪੱਥਰ ਪੱਥਰ ਹੈ, ਪੱਥਰ ਦੇ ਵਿੱਚ ਵੀ ਪ੍ਰਮਾਤਮਾ। ਤੰਨੇ ਦਾ ਮਨ ਥਿਰ ਪੱਥਰ ਤੇ ਹੀ ਹੋ ਗਿਆ। ਪੱਥਰ ਤੇ ਵੀ ਉਹੋ ਹੀ ਕੰਮ ਹੋ ਸਕਦਾ ਹੈ, ਮੂਰਤੀ ਤੇ ਵੀ ਉਹ ਹੋ ਸਕਦਾ। ਕਿਸੇ ਚੀਜ਼ ਤੇ ਵੀ ਮਨ ਟਿਕ ਗਿਆ। ਜਦੋਂ ਮਨ ਪੂਰਾ ਦਾ ਪੂਰਾ ਟਿਕ ਗਿਆ, ਸ਼ਾਂਤ ਹੋ ਗਿਆ, ਉਦੋਂ ਹੀ ਪ੍ਰਮਾਤਮਾ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ। ਤੇ ਜਿੱਥੇ ਮਨ ਬਹੁ ਪੱਖੀ ਭੱਜਦਾ ਹੈ, ਇੱਕ ਜਗ੍ਹਾ ਤੇ ਨਹੀਂ ਟਿਕਦਾ ਹੈ। ਕਦੀ ਕੁਛ ਸੋਚਦਾ, ਕਦੀ ਕੁਛ ਸੋਚਦਾ, ਕਦੀ ਕੁਛ ਸੋਚਦਾ, ਕਦੀ ਕੁਛ ਸੋਚਦਾ। ਉਹ ਮਨ ਚੱਲ ਰਹੀ। ਚੱਲਦੇ ਹੋਇਆ ਜਿੰਨਾ ਤੇਜ਼ ਹੈ ਮਨ, ਓਨਾ ਹੀ ਪ੍ਰਮਾਤਮਾ ਤੋਂ ਦੂਰ। ਜਿੰਨਾ ਮਨ ਸ਼ਾਂਤ ਹੈ, ਓਨਾ ਹੀ ਆਪਾਂ ਪ੍ਰਮਾਤਮਾ ਦੇ ਨੇੜੇ। ਇਹ ਆਪਾਂ ਖਿਆਲ ਵਿੱਚ ਰੱਖਣਾ। ਇਸੇ ਕਰਕੇ ਇਹ ਗੁਰੂ ਸਾਹਿਬ ਜੀ ਨੇ ਇੱਕ ਦਾ ਚਿੰਤਨ ਤੇ ਇੱਕ ਦਾ ਹੀ ਸਿਮਰਨ ਕਰਨ ਵਾਸਤੇ ਕਿਹਾ ਵੀ ਇੱਕ ਦਾ ਚਿੰਤਨ, ਇੱਕ ਦਾ ਹੀ ਸਿਮਰਨ ਕਰਾਂਗੇ ਤਾਂ ਮਨ ਛੇਤੀ ਸ਼ਾਂਤ ਹੋ ਜਾਣਾ। ਉਹ ਕੋਈ ਵੀ ਇੱਕ ਹੋ ਸਕਦਾ, ਗੁਰੂ ਹੋ ਸਕਦਾ, ਗੁਰੂ ਤੇ ਸ਼ਰਧਾ, ਉਹ ਵੀ ਕੰਮ ਉਹੋ ਹੀ ਹੋ ਜਾਣਾ। ਗੁਰੂ ਤੇ ਸ਼ਰਧਾ, ਪੂਰੀ ਪੂਰੀ ਸ਼ਰਧਾ ਦੁਆਰਾ ਉੱਥੇ ਹੀ ਧਿਆਨ ਨੂੰ ਟਿਕਾਉਣਾ ਸ਼ੁਰੂ ਕਰਦੀ। ਉਹਦਾ ਹੀ ਚਿੰਤਨ, ਉਹਦਾ ਹੀ ਸਿਮਰਨ, ਉਹਦਾ ਹੀ ਖਿਆਲ ਕਰਨਾ ਸ਼ੁਰੂ ਕਰਦੀ, ਤੇ ਹੌਲੀ 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 ਮਨ ਥਿਰ ਹੋ ਜਾਣਾ। ਪਰ ਸੰਸਾਰ ਨਾਲੋਂ ਹਟਾਉਣਾ ਪੈਣਾ ਹੈ ਮਨ। ਜਿੰਨਾ ਵੀ ਸੀਮਤ ਕਰ ਸਕਦੀ ਆਪਣੇ ਮਨ ਨੂੰ, ਕਾਰੋਬਾਰ 'ਚ ਕੰਮ ਵੀ ਕਰੀਏ ਪਰ ਸੀਮਤ ਰੱਖੀਏ, ਪਰਿਵਾਰ ਵੀ ਪਾਲੀਏ, ਮਨ ਨੂੰ ਸੀਮਤ ਰੱਖੀਏ। ਹੌਲੀ ਹੌਲੀ ਮਨ ਨੂੰ ਸੰਕੋਚਦੇ ਜਾਈਏ, ਵਿਸਥਾਰ ਘੱਟ ਹੋਵੇ, ਮਨ ਘੱਟ ਦੌੜੇ। ਅਜੋਕੇ ਸਮੇਂ 'ਤੇ ਮਨ ਦੀ ਹੋਰ ਜ਼ਿਆਦਾ ਸਪੀਡ ਹੋ ਰਹੀ, ਕਿਉਂਕਿ ਟੈਲੀਫੋਨ ਦਾ ਕਰਕੇ ਮਨ ਦੀ ਦੌੜ ਹੋਰ ਜ਼ਿਆਦਾ ਹੋ, ਇੰਟਰਨੈਟ ਕਰਕੇ ਹੋਰ ਜ਼ਿਆਦਾ ਦੌੜ ਹੋ ਰਹੀ, ਮਨ ਉਲਝਿਆ ਰਹਿੰਦਾ। ਪੁਰਾਤਨ ਸਮੇਂ 'ਚ ਇੰਨਾ ਤੇਜ਼ ਨਹੀਂ ਸੀ ਮਨ, ਇੰਨਾ ਉਲਝਿਆ ਹੋਇਆ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਮਨ ਹੋਰ ਜ਼ਿਆਦਾ ਤੇਜ਼ ਹੁੰਦਾ ਜਾਂਦਾ, ਧਾਰਮਿਕ ਲੋਕ ਹੋਰ ਘੱਟ ਹੁੰਦੇ ਜਾਂਦੇ। ਬਹੁਤ ਕਠਿਨ ਹੋ ਗਿਆ ਹੈ ਮਨ ਨੂੰ ਸ਼ਾਂਤ ਕਰਨਾ ਅਜੋਕੇ ਸਮੇਂ ਦੇ ਵਿੱਚ। ਘਰ-ਬਾਰ ਛੱਡਣਾ ਔਖਾ ਨਹੀਂ ਹੈ, ਘਰ-ਬਾਰ ਛੱਡ ਕੇ ਤਿਆਗ ਕਰਨਾ ਵੀ ਔਖਾ ਨਹੀਂ। ਬਹੁਤ ਸਾਰੇ ਤਿਆਗੀ ਹਨ ਬੈਠੇ ਹੋਏ, ਪਰ ਮਨ ਨੂੰ ਸ਼ਾਂਤ ਕਰਨਾ ਬਹੁਤ ਜ਼ਿਆਦਾ ਕਠਿਨ ਹੋ ਗਿਆ। ਮਨ ਦੀ ਸਪੀਡ, ਵਿਦੇਸ਼ਾਂ ਦੇ ਵਿੱਚੋਂ ਫੋਨ, ਇਧਰੋਂ ਫੋਨ ਆ ਰਹੇ, ਉਹ ਮਨ ਚੱਲ ਹੀ ਰਿਹਾ ਹੈ,
सोच ही ਰਿਹਾ ਠੇ ਬੈਰ। ਸਨਾਤਨ ਸਮੇਂ ਦੇ ਵਿੱਚ ਮਨ ਇੰਨਾ ਨਹੀਂ ਸੀ ਔਖਾ ਸ਼ਾਂਤ ਕਰਨਾ, ਬਹੁਤ ਸੀਮਤ ਹੁੰਦਾ। ਜਿਹੜੇ ਦਿਹਾਤ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਰਹਿਣ ਵਾਲੇ ਹਨ, ਉਹਨਾਂ ਦੀਆਂ ਬਹੁਤ ਲੋੜਾਂ ਸੀਮਤ ਸਨ। ਬਹੁਤਾ ਸੰਸਾਰ ਬਦਲਦਾ ਵੀ ਨਹੀਂ ਸੀ। ਅਜੋਕੇ ਸਮੇਂ 'ਚ ਬਦਲਾਵਟ ਵੀ ਬਹੁਤ ਹੋ ਰਹੀ ਹੈ ਚਾਰ ਚੁਫੇਰੇ ਆਪਣੇ। ਨਵੀਆਂ ਤੋਂ ਨਵੀਆਂ ਚੀਜ਼ਾਂ, ਨਵੀਆਂ ਤੋਂ ਨਵੀਆਂ ਕਾਰਾਂ, ਨਵੀਆਂ ਤੋਂ ਨਵੀਆਂ ਮਸ਼ੀਨਰੀਆਂ ਆ ਰਹੀਆਂ ਹਨ। ਉਹਨਾਂ ਕਰਕੇ ਵੀ ਮਨ ਹੋਰ ਚੰਚਲ ਹੁੰਦਾ ਹੈ। ਬਾਹਰ ਦੂਰ ਦੁਰਾਡੇ ਕੋਈ ਰਹਿਣ ਵਾਲੇ ਦਿਹਾਤ ਦੇ ਲੋਕ, ਉਹੋ ਹੀ ਉਹਨਾਂ ਦੇ ਸਾਹਮਣੇ ਦਰਖਤ ਹਨ, ਉਹੋ ਹੀ ਘਰ, ਉਹੋ ਹੀ ਕਾਰੋਬਾਰ, ਉਹੋ ਹੀ ਖੇਤੀ, ਉਹੋ ਹੀ ਖਾਣਾ। ਉਹਨਾਂ ਦਾ ਮਨ ਬਹੁਤ ਸੀਮਤ ਰਹਿੰਦਾ, ਬਹੁਤ ਛੇਤੀ ਸ਼ਾਂਤ ਹੋ ਜਾਂਦਾ। ਜਿੰਨੀ ਬਾਹਰ ਜ਼ਿਆਦਾ ਬਦਲਾਹਟ ਹੁੰਦੀ ਹੈ, ਓਨਾ ਹੀ ਮਨ ਤੇਜ਼ ਹੁੰਦਾ ਹੈ, ਓਨਾ ਹੀ ਮਨ ਚੰਚਲ ਹੁੰਦਾ। ਅਜੋਕੇ ਸਮੇਂ 'ਚ ਬਾਹਰ ਬਦਲਾਹਟ ਬਹੁਤ ਜ਼ਿਆਦਾ ਹੋ ਰਹੀ ਹੈ ਸੰਸਾਰ 'ਚ। ਸ਼ਹਿਰਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਹੈ ਸਪੀਡ, ਓਨਾ ਹੀ ਮਨ ਤੇਜ਼ ਹੁੰਦਾ ਤੇ ਮਨ ਜੀਂਦਾ ਰਹਿੰਦਾ ਹੈ। ਇੱਕ ਹੋਰ ਵੀ ਖਿਆਲ ਵਿੱਚ ਰੱਖਣੀ ਆਪਾਂ ਗੱਲ, ਜਿੰਨੀ ਜ਼ਿਆਦਾ ਸਪੀਡ ਓਨਾ ਹੀ ਮਨ ਜੀਂਦਾ ਰਹਿੰਦਾ ਹੈ, ਜਿੰਨੀ ਘੱਟ ਸਪੀਡ ਓਨਾ ਹੀ ਮੌਤ ਦੇ ਕਰੀਬ ਜਾਂਦਾ ਹੈ ਮਨ। ਮੌਤ, ਮਰਤੂ ਹੁੰਦੀ ਮਨ। ਮਨ ਨੂੰ ਜੀਂਦਾ ਰੱਖਣਾ ਹੈ ਤੇ ਨਵੀਂ ਤੋਂ ਨਵੀਂ ਚੀਜ਼। ਇਸੇ ਕਰਕੇ ਜਿਹੜੇ ਮਨ ਦੇ ਤਲ ਤੇ ਜੀਂਦੇ ਹਨ, ਉਹ ਨਵੀਂ ਕਹਿੰਦੇ ਹਨ ਵੀ ਅੱਜ ਫੋਨ ਲਿਆ, ਥੋੜੇ ਦਿਨਾਂ ਬਾਅਦ ਹੋਰ ਨਵਾਂ ਲਓ, ਨਵੇਂ ਨਿਕਲ ਆਇਆ ਕੋਈ। ਅੱਜ ਕੋਈ ਮਸ਼ੀਨਰੀ ਲਈ ਹੈ, ਥੋੜੇ ਦਿਨਾਂ ਬਾਅਦ ਹੋਰ ਨਵੀਂ ਲਓ। ਤਾਂ ਉਹਨਾਂ ਦਾ ਮਨ ਜਿਹੜਾ ਬਿਲਕੁਲ ਜੀਵਤ ਰਹਿੰਦਾ, ਮਨ 'ਚ ਉਤੇਜਨਾ ਰਹਿੰਦੀ, ਮਨ ਕਾਇਮ ਰਹਿੰਦਾ। ਉਹਨਾਂ ਨੂੰ ਹੋਰ ਮਜ਼ਾ ਆਉਂਦਾ। ਜਿੰਨੀ ਉਤੇਜਨਾ ਹੁੰਦੀ ਮਨ ਦੇ ਵਿੱਚ, ਓਨਾ ਹੀ ਮਜ਼ਾ ਜ਼ਿਆਦਾ ਆਉਂਦਾ। ਜਿੰਨਾ ਮਨ ਸ਼ਾਂਤ ਹੁੰਦਾ ਹੈ, ਸੰਸਾਰ 'ਚ ਮਜ਼ਾ ਨਹੀਂ ਆਉਂਦਾ। ਸੰਸਾਰ 'ਚ ਮਜ਼ਾ ਲੈਣਾ ਤੇ ਉਤੇਜਨਾ ਆਉਂਦੀ ਹੈ ਸਪੀਡ ਦੁਆਰਾ। ਜਿੰਨੀ ਮਨ ਦੀ ਸਪੀਡ, ਉਨੀ ਉਤੇਜਨਾ ਦੇ ਬਹੁਤ ਸਾਰੇ ਢੰਗ ਤਰੀਕੇ ਹਨ ਜੋ ਸੰਸਾਰੀ ਲੋਕ ਵਰਤਦੇ ਹਨ। ਨੱਚਣਾ, ਗਾਉਣਾ, ਮਨੋਰੰਜਨ ਦੇ ਪ੍ਰੋਗਰਾਮ, ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਮਸ਼ੀਨਰੀਆਂ, ਨਵੇਂ ਨਵੇਂ ਕਾਰੋਬਾਰ, ਨਵੇਂ ਨਵੇਂ ਢੰਗ ਤਰੀਕੇ, ਇਹ ਸਭ ਕੁਝ ਜੋ ਕੁਛ ਉਤੇਜਿਤ ਕਰਨ ਵਾਲਾ ਹੈ ਮਨ। ਜ਼ਿਆਦਾ ਗੱਡੀਆਂ ਦੀ ਸਪੀਡ, ਇਹ ਵੀ ਉਤੇਜਿਤ ਕਰਦੀ ਹੈ ਮਨ। ਮਨ ਜੀਂਦਾ ਰਹਿੰਦਾ। ਮਨ ਜੀਂਦਾ ਰਹਿੰਦਾ ਹੈ ਉਤੇਜਨਾ ਦੁਆਰਾ। ਮਨ ਜੀਂਦਾ ਰਹਿੰਦਾ ਹੈ ਪਰਿਵਰਤਨ ਦੁਆਰਾ। ਮਨ ਜੀਂਦਾ ਰਹਿੰਦਾ ਹੈ ਵਿਸਥਾਰ ਦੇ ਵਿੱਚ। ਜਿੰਨਾ ਵਿਸਥਾਰ ਹੋਵੇ ਓਨਾ ਹੀ ਜੀਂਦਾ ਰਹਿੰਦਾ। ਇਸੇ ਕਰਕੇ ਹੀ ਆਦਮੀ ਦਾ ਇੱਕੋ ਹੀ ਕਾਰੋਬਾਰ ਹੋਵੇ। ਕੋਈ ਖੇਤੀ ਕਰਨ ਵਾਲਾ ਹੈ, ਕੋਈ ਜ਼ਿਮੀਂਦਾਰ ਹੈ, ਉਹ ਉਬ ਜਾਂਦਾ ਹੈ ਉਹ ਕੰਮ ਕਰ ਕਰਕੇ। ਉਹ ਚਾਹੁੰਦਾ ਹੈ ਨਵਾਂ ਦਾ ਭਾਵ ਵੀ ਮਨ ਨੂੰ ਉਤੇਜਨਾ ਮਿਲੇ ਕੋਈ। ਆਪਾਂ ਵੀ ਦੇਖਿਆ ਹੈ, ਮਨ ਕੋਈ ਨਵੀਂ ਚੀਜ਼ ਚਾਹੁੰਦਾ, ਨਵਾਂ ਕੁਛ ਕਰਨਾ ਚਾਹੁੰਦਾ, ਨਵਾਂ ਕੁਛ ਸੋਚਦਾ ਹੈ ਤਾਂ ਕਿ ਉਤੇਜਨਾ ਮਿਲੇ ਤੇ ਮਨ ਹੋਰ ਚੱਲੇ। ਮਨ ਚੱਲਦਾ ਹੀ ਉਤੇਜਨਾ ਤੇ। ਉਹ ਰਸ ਵੀ ਆਉਂਦਾ ਹੈ ਉਤੇਜਨਾ ਦੇ ਵਿੱਚ। ਨਸ਼ਾ ਵੀ ਉਤੇਜਿਤ ਕਰਦਾ ਹੈ ਆਦਮੀ। ਇਸੇ ਕਰਕੇ ਨਸ਼ਾ ਕਰਦੇ ਹਨ। ਨਸ਼ਾ ਕਰਨ ਦੇ ਨਾਲ ਮਨ ਬਹੁਤ ਜ਼ਿਆਦਾ ਉਤੇਜਿਤ ਹੋ ਜਾਂਦਾ ਹੈ। ਉਹਦੇ ਨਾਲ ਮਜ਼ਾ ਆਉਂਦਾ, ਰਸ ਆਉਂਦਾ ਤੇ ਹੋਰ ਕਰਦਾ ਯਾਦ। ਤੇ ਜਿੰਨਾ ਜ਼ਿਆਦਾ ਪਰਿਵਰਤਨ ਓਨਾ ਮਨ ਚੰਚਲ, ਜਿੰਨਾ ਜ਼ਿਆਦਾ ਵਿਸਥਾਰ ਓਨਾ ਮਨ ਚੰਚਲ। ਤੇ ਮਨ ਇੱਕ ਤੇ ਮਨ ਦੀ ਹੋਂਦ ਜਿਹੜੀ ਉਹ ਸਮਾਪਤ ਹੁੰਦੀ ਹੈ। ਅਨੇਕ ਤੇ ਮਨ ਦੀ ਹੋਂਦ ਜਿਹੜੀ ਆ ਹੋਰ ਜ਼ਿਆਦਾ ਹੋ ਜਾਂਦੀ। ਜਿੰਨਾ ਜ਼ਿਆਦਾ ਵਿਸਥਾਰ ਓਨੀ ਮਨ ਦੀ ਹੋਂਦ ਹੋਰ ਬੜੀ। ਪ੍ਰਧਾਨ ਮੰਤਰੀ ਦਾ ਮਨ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਸਾਰੇ ਦੇਸ਼ ਦੇ ਵਿੱਚ ਘੁੰਮਦਾ ਹੈ। ਬਹੁਤ ਵੱਡਾ, ਪਾਵਰਫੁਲ ਹੋ ਜਾਂਦਾ, ਹਾਥੀ ਵਰਗਾ ਹੋ ਜਾਂਦਾ।
ਛੋਟਾ नहीं रहिंदा। जिन्ना ज़्यादा विस्तार उन्ना हैवी मन, जिन्ना ज़्यादा विस्तार, जिन्ना दूर तक भजदा है मन, उन्ना ही ज़्यादा मजबूत ते वड्डा हो जाता। तो गुरु साहब जी कहते हैं कि विस्तार तो मन नूं हटा के एक ते लाउणा है। जिहड़ा एक ते ला लैंदा है, एकाग्र कर लैंदा है, शांत हो जाता है, उन्होंने ही परमात्मा की झलक मिलती है। जिहड़ा इक्को ही मन तन अंतर एक प्रभरात, जिहड़ा अंदरों एक रत्या होया इक्को ते ही ख्याल रखता है। एक कोई भी हो सकता है, उदा निर्गुण स्वरूप परमात्मा एक दा ख्याल करना बहुत कठिन है, बहुत औखा भी है, क्योंकि अपना मन जिहड़ा है वो किथे सरगुण ते साकार ते टिक सकता है, निराकार ते टिकाउणा बहुत औखा है। तो सहारा लिया जांदा या शब्द दा, ते एक शब्द ते मन नूं टिकाई। कोई भी शब्द ले लीए, वाहिगुरु ले लीए, राम ले लीए, सारे ही शब्द प्यारे हैं। मूल मकसद जिहड़ा वो मन नूं टिकाउण दा है। किसी शब्द ते भी मन टिक सकता है, एक शब्द का सहारा ले ली। जां जिवें मैं कहना हुन्ना कि सवासां ते ही मन नूं टिका लिए, क्योंकि सवास अपने ओही चल रहे हैं दिन रात, इक्को ही श्वास चल रहा है, अंदर बाहर अंदर बाहर। श्वासां ते भी टिका सकते हैं। गीता दे विच कृष्ण ने भी जुगतियां दसियां होईयां हन। जदों अर्जुन नूं उपदेश करते हैं तो उन्हां विच एक ये भी जुगती है कि नक जिहड़ा है अपना नक दी कलूमली नूं सिर्फ देखते रहना, यह भी एक ध्यान की विधि। दोवें अखां द्वारा नक दी कलूमली नूं देखते रहना, बस अखां गेड़ के सिर्फ कलूमली नूं देखना ही है। सिर्फ दोवें अखां गेड़ के सिर्फ आ सामने जिहड़ी नक दी कलूमली है, नक है, इनू देखते रहना, सिर्फ देखते रहना। इहदे नाल भी एकाग्रता हो जानी। जां जिहड़े बाहर सरगुण दे उपासक हैं उन्होंने दस्सिया जांदा कि बाहर कुछ गुरु ते ध्यान करन, जां गुरु की मूर्ति बना के उहदे ते ध्यान करन, गुरु की तस्वीर ते ध्यान करना। मकसद इक्को ही हुंदा है कि एक दा ध्यान करना ताकि मन टिक जाए। कई धार्मिक लोग इउं सोचते हैं, जिहड़े बहुत देवी देवतियां दे उपासक हैं, वो कहते हैं सारिਆਂ ਨੂੰ खुश करना। कई प्रेमी हैं, गुरसिख भी हैं, जिहड़े सारे पासे तुरे फिरदे रहे, कहते सारिਆਂ ਨੂੰ खुश करना। ਇਹਦੇ ਕੀ फर्क होए, सारिਆਂ दे जा आई, सारिਆਂ दे मत्था टेक ली, सारे तीर्थ स्थानां ते जा आउंदे हैं देवी देवतियां। वो कहते जी फर्क की है, सारिਆਂ ਨੂੰ खुश कर लेना, पर तुहाडा मन नहीं टिक सकता। मन इक्को ते टिक सकता है। खुश तो सारे हो जाएंगे, पर मन का टिका नहीं होना। मन का टिका इक्को ते ही होना। इसे करके ही ख्याल विच ये गल रखनी जरूरी है कि सारे ही अवतारी पुरुषों ने आलोचना करते हैं दूसरियां दी, भी जो असीं कह रहे हैं ओहो ही ठीक है। ਉਹਦਾ ਇਹ मतलब ही नहीं दूसरे नहीं ठीक हैं। कारण ये हुंदा भी तुसीं एक ते ही एक दे पिछे ही चलोगे, एक ते ही मन टिकाओगे, एक दा ही ध्यान करोगे, तां मन शांत होना। उन्हां नूं भी पता है दूसरियां ने जो किया होया वो भी ठीक है, जो पिछे किया होया उन्होंने भी ठीक किया, पर मन जिहड़ा है वो इक्को ते ही टिकदा है। ते अवतारी पुरुषों की इहो ही ख्याल हुंदा है, ज्ञानवान पुरुषों का, भी जो मैं कह रहा तुसीं ओहो ही सुनो ते ओहो ही ख्याल विच रखो, ताकि बहुता भटकना ना होवे। अनेक ग्रंथ हैं, अनेक उपदेश हैं,
अनेक ज्ञानवान पुरुष होए हैं, पीर पैगंबर होए हैं, ऋषि मुनि होए हैं। जे आपां सारिਆਂ ਨੂੰ कह दी भी सारे ही ठीक है, सारिਆਂ ਦੇ ਪਿੱਛੇ ਚੱਲੋ तो मन ते थिर होना ही ਪਹਿਲਾਂ ही नहीं ਹੁੰਦਾ। अपना मन नहीं टिक सकता। मन के टिका वास्ते एक दे पिछे चलना, एक दे उपदेश नूं मनना, एक नूं ध्यान दे विच रखना, एक नूं ही प्रेम करना, एक ते ही मन नूं कुर्बान कर देना, उत्थे ही एक ते ही मन टिकदा है। ऐसा नहीं भी कृष्ण गलत कह रहे हैं, गुरु साहब नूं भी पता भी वो भी ठीक कह रहे हैं, राम भी ठीक कह रहे हैं, बहुत होए हैं महापुरुष। पर जे कह रहे हैं सारे ठीक कह रहे तो आप सारे नूं पढ़ांगे तो सारे दे पिछे चलांगे। पहला ही आप चलते हैं बहुत भटकते हैं, फिर होर ज्यादा भटक जाएंगे। आप ज्यादा ना भटकीए, ना उलझीए। इस करके गुरु साहब जी कहते हैं भी इको ही जो असीं कह रहे हैं वो ही ठीक है। हर अवतारी पुरुष ने, हर ज्ञानवान पुरुष ने यह किया भी जो मैं कह रहा वो ठीक। ऐसा नहीं भी वो जानते नहीं, वो भी जानते हैं भी बहुत महापुरुष होए हैं जिन्होंने ठीक किया है। पर सामने जिहड़े बैठे होए हैं सरोते, उन्होंने ख्याल विच रख के गल्लां कहणियां पैंदियां हन भी जो मैं कह रहा वो ही ठीक है। भी उलझण ना बहुत, मन चंचल ना हो, इको ही मन दे विच ख्याल रहे, एक दे पिछे चलना, एक ही मन दे विच ख्याल, एक दे ही विचार सुन, एक दा ही चिंतन करना, ताकि मन दा टिकाव हो सके। धार्मिक जगत दे विच भी आपां बहुत पक्षी मन नूं भजावांगे तां भी नहीं मन टिकदा है। भी उत्थे चले गए, इत्थे चले गए, उत्थे मत्था टेक लिया, उत्थे मत्था टेक लिया। इदां ही बहुते लोग इदां भी भजे फिरदे हैं तीर्थ स्थानां ते, कदी किते चले गए, कदी किते चले गए, कदी किते चले गए। उन्हां नूं भी टिका नहीं मिलदा है। वो सोचते हैं भाई बहुत वड्डा काम कर रहे हैं, तीर्थ नावण जाओ, तीर्थ नाम है, बाहर तीर्थ नहीं है, तीर्थ तुहाडे अंदर है। तीर्थ शब्द विचार अंतर ज्ञान है, अंदर। यह गुरु साहब जी कहते हैं। भाव यह है भी अपना मन जिन्ना भी सीमित हो सके, एक जगह आ सके, एक दा चिंतन कर सके, ओहो ही उपदेश गुरु साहब जी वार वार करते हैं। वक्त तदे ही गुरबाणी च शुरुआत ही गुरु साहब जी ने एका शब्द दा वरतों की, एक ओंकार तो शुरू की। इको दा ही चिंतन करो, तुसी इको पासे ही ख्याल लाउणा है, इको दा ही सिमरन करना है। इहो ही गल कबीर साहब जी कहते हैं, संगत करिए एक की आन दुबधा जाए, भावें लांबे केस कर, भावें करण बनाए। कहते संगत इको दी ही करो। जे गुरु कहता है करण मना लो, जे गुरु कहता है लम्मे केस रखो, केस रखण दा मनाउण दी गल नहीं है, गल है तुहाडे मन दे टिकण दी। इको दी ही संगत मन नूं टिका सकदी, थिर हो सकदे, शांत हो सकदे। बहुपक्षी मन भजदा होया शांत नहीं हो सकदा। जिन्ना भी बाहर आपां भटकदे हां, मन अशांत रहिंदा, दूर दराडे मन जांदा है। जिन्ना भटकदा है कदी किते उन्ना ही अशांत। हाँ, थिर हो गया जिहदा महापुरुष दा मन, जिहदा भटकदा नहीं, ओहदा बाहर भावें कुछ भी चली जाए, उहनूं जुगती आ जाती है मन नूं थिर रखण दी। वो विचरदा है पर मन ओहदा संकोचिया रहिंदा, थिर रहिंदा, ख्याल विच रखदा भी मन नूं नहीं डलाउणा है। मैं जावां किथे भी तुरिया, किते भी फिरा, वो मन ते ख्याल रखता है। पर अपना मन ते ख्याल नहीं रहिंदा, अपना बाहर दुनिया ते ख्याल चले जांदा। आपां बाहर विचरदे हैं तो बाहर ख्याल संसार वाल, कारां वाल, मोटरां वाल, गड्डियां वाल, बिल्डिंगां वाल, बंदियां वाल, किहड़ा बंदा चंगा है, किहड़ा माड़ा है,
ਕਿਹੜਾ ਠੀਕ ਕੰਮ ਕਰ ਰਿਹਾ, ਕਿਹੜਾ ਗਲਤ ਕਰ ਰਿਹਾ, ਕਿਹੜਾ ਸੇਵਾ ਕਰਦਾ, ਕਿਹੜਾ ਬੁਰਾਈ ਕਰਦਾ। ਆਪਣਾ ਮਨ ਹਮੇਸ਼ਾ ਹੀ ਸੋਚਦਾ ਰਹਿੰਦਾ। ਨਿੰਦਾ ਚੁਗਲੀ ਵੀ ਉਹ ਮਨ ਭਟਕਣੀ। ਆ ਚੰਗਾ ਬੰਦਾ ਆ, ਮਾੜਾ ਬੰਦਾ। ਰੱਬ ਨੇ ਸਾਰੇ ਬਣਾਏ ਹੋਏ, ਚੰਗੇ ਮਾੜੇ ਸਾਰੇ ਉਹਦੇ ਹਨ, ਉਹ ਜਾਣ। ਮਾੜਾ ਆਪਣੇ ਆਪ ਤੇ ਨਹੀਂ ਬਣ ਜਾਂਦਾ ਹੈ ਬੰਦਾ। ਜਦੋਂ ਆਪਾਂ ਕਹਿੰਦੇ ਸਭ ਕੁਝ ਹੁਕਮ ਅਨੁਸਾਰ ਹੀ ਹੈ, ਤੇ ਮਾੜੇ ਵੀ ਉਹਦੇ ਹਨ। ਜਦੋਂ ਉਹ ਸੁਧਾਰਨਾ ਚਾਹੋ ਸੁਧਾਰ ਲਓ। ਆਪਾਂ ਕਿਉਂ ਚੱਕਰਾਂ 'ਚ ਪੈਂਦੇ? ਨਹੀਂ ਸੁਧਾਰਨਾ ਚਾਹੋ ਨਾ ਸੁਧਾਰੋ। ਜਦੋਂ ਸਾਰਾ ਕੁਝ ਹੀ ਉਹਦਾ ਬਣਿਆ ਹੋਇਆ ਹੈ, ਮਾੜੇ ਵੀ ਉਹਦੇ ਹਨ, ਚੰਗੇ ਵੀ ਉਹਦੇ ਹਨ, ਉਹਨੇ ਹੀ ਬਣਾਇਆ ਹੋਇਆ। ਅਡੰਬਰ ਆਏ ਆਪਣੇ ਆਪ ਤੇ ਨਹੀਂ ਆ ਜਾਂਦੇ। ਪਰਮਾਤਮਾ ਦੇ ਹੁਕਮ ਮੁਤਾਬਿਕ ਹੀ ਹਨ ਮਾੜੇ ਵੀ। ਤੇ ਆਪਾਂ ਕਿਉਂ ਚੁਗਲੀ ਨਿੰਦਿਆ ਦੇ ਵਿੱਚ ਪਏ? ਮਾੜੇ ਹਨ ਤੇ ਉਹ ਜਾਣ, ਚੰਗੇ ਹਨ ਤੇ ਉਹ ਜਾਣ। ਉਹਦਾ ਕੰਮ ਹੈ, ਉਹਨੇ ਬਣਾਏ ਹੋਏ, ਉਹਦਾ ਵਿਸਥਾਰ ਹੈ, ਉਹਦੀਆਂ ਉਹ ਜਾਣ। ਪਰ ਆਪਾਂ ਉਲਝਣ ਦੇ ਵਿੱਚ ਪੈ ਜਾਂਦੇ ਹਾਂ। ਕਿਸੇ ਦੀ ਬੁਰਾਈ ਕਰਦੇ, ਕਿਸੇ ਦੀ ਉਸਤਤ ਕਰਦੇ, ਕਿਸੇ ਦੀ ਨਿੰਦਿਆ ਕਰਦੇ, ਕਿਸੇ ਨੂੰ ਮਾਣ ਦਿੰਦੇ, ਕਿਸੇ ਦਾ ਅਪਮਾਨ ਕਰਦੇ। ਆਪਣਾ ਮਨ ਚੰਚਲ ਹੁੰਦਾ ਹੈ। ਨਿੰਦਾ ਉਸਤਤ ਦੋ ਤਿਆਗ। ਗੁਰਮੁਖ ਜਿਹੜਾ ਹੈ ਉਹ ਨਿੰਦਾ ਵੀ ਤੇ ਉਸਤਤ ਦੋਵੇਂ ਹੀ ਤਿਆਗਦਾ। ਖੋਜੈ ਪਤ ਨਿਰਪਾਨ। ਉਹ ਨਾ ਕਿਸੇ ਦੀ ਉਸਤਤ ਕਰਦਾ, ਨਾ ਕਿਸੇ ਦੀ ਨਿੰਦਿਆ ਕਰਦਾ। ਲੋੜ ਹੀ ਨਹੀਂ, ਉਹ ਦੋਵੇਂ ਛੱਡ ਦਿੰਦਾ। ਉਹ ਆਪਣੇ ਨਿਰਮਾਣ ਦੀ ਖੋਜ ਕਰਦਾ, ਮਨ ਨੂੰ ਟਿਕਾਉਂਦਾ, ਮਨ ਨੂੰ ਥਿਰ ਕਰਦਾ। ਉਹਨੂੰ ਨਹੀਂ ਲੋੜ ਹੈ ਕਿਸੇ ਕੋਈ ਚੰਗਾ ਹੈ, ਕੋਈ ਮਾੜਾ ਹੈ, ਉਹਦੇ ਹਨ ਸਾਰੇ। ਪਰਮਾਤਮਾ ਦੇ ਪਰਮਾਤਮਾ ਜਾਣੇ। ਤੇ ਮਨ ਨੂੰ ਥਿਰ ਕਰਨਾ ਹੈ, ਤੇ ਜਿੰਨਾ ਵੀ ਹੋ ਸਕੇ ਬਾਹਰੋਂ ਮਨ ਨੂੰ ਭਟਕਣ ਤੋਂ ਰੋਕੀ। ਜਿੰਨਾ ਮਨ ਥਿਰ ਹੋਊਗਾ, ਸ਼ਾਂਤ ਹੋਊਗਾ, ਓਨਾ ਹੀ ਆਪਾਂ ਪਰਮਾਤਮਾ ਦੇ ਨੇੜੇ। ਜਿੰਨਾ ਵੀ ਹੋ ਸਕੇ ਬਾਹਰ ਭਟਕਣ ਤੋਂ ਰੋਕਣ ਦੀ ਕੋਸ਼ਿਸ਼ ਕਰਿਆ ਕਰੀਏ। ਇੱਕੋ ਖਿਆਲ ਵਿੱਚ ਰੱਖਿਆ ਕਰੀਏ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਏ। ਜੇ ਮਨ ਨੂੰ ਭਟਕਾਉਣਾ ਵੀ ਹੈ, ਸਿਰਫ ਇੱਕ ਤੇ ਭਟਕਾ ਲਿਆ ਕਰੀਏ। ਇੱਕੋ ਤੇ ਭਟਕਾ ਲਿਆ ਕਰੀਏ, ਉਹਦਾ ਵਿਚਾਰ ਕਰ ਲਿਆ ਕਰੀਏ, ਉਹਦੇ ਬਾਰੇ ਸੋਚ ਲਿਆ ਕਰੀਏ, ਤਾਂ ਕਿ ਬਹੁਤੀ ਦੂਰ ਨਾ ਜਾਵੇ ਮਨ। ਸੀਮਤ ਰਵੇ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕੋ ਦੇ ਹੀ ਗੁਣ ਗਾ ਲਈਏ, ਇੱਕੋ ਦਾ ਹੀ ਵਿਚਾਰ ਕਰ ਲਈਏ, ਇੱਕੋ ਬਾਰੇ ਹੀ ਸੋਚ ਲਈ, ਇੱਕੋ ਹੀ ਖਿਆਲ ਵਿੱਚ ਰੱਖੀਏ, ਤਾਂ ਕਿ ਮਨ ਸੀਮਤ ਰਵੇ। ਜਿਵੇਂ ਸੰਤ ਕਹਿੰਦੇ ਨਾ, ਭੋਰੇ ਦੇ ਅੰਦਰ ਅੰਦਰ ਹੀ ਮਨ ਨੂੰ ਘੁਮਾ ਲੈਣੀ, ਬਾਹਰ ਨਹੀਂ ਜਾਣਾ। ਸੀਮਾ। ਥੋੜਾ ਸੰਕੋਚਣ ਦੀ ਕੋਸ਼ਿਸ਼ ਕਰੀਏ। ਮਨ ਨੂੰ ਥੋੜਾ ਜਿਹਾ ਕੰਟਰੋਲ, ਇੱਕ ਤੇ ਹੀ, ਜ਼ਿਆਦਾ ਦੂਰ ਨਹੀਂ। ਜਿੰਨਾ ਵੀ ਹੋ ਸਕੇ ਮਨ ਨੂੰ ਸੀਮਤ ਰੱਖੀਏ, ਓਨਾ ਹੀ ਮਨ ਸ਼ਾਂਤ ਹੋਵੇਗਾ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਬਿਆਪ। ਅਨੇਕ ਵਿਸਥਾਰ ਏਕ ਤੇ ਪਏ, ਏਕ ਅਰਾਧ ਪਰਾਸ਼ਤ ਗਏ। ਸਭ ਵਿਸਥਾਰ ਭਾਵੇਂ ਇੱਕੋ ਦਾ ਹੀ ਹੈ, ਪਰ ਵਿਸਥਾਰ ਦਾ ਚਿੰਤਨ ਨਹੀਂ ਕਰਨਾ ਹੈ, ਇੱਕ ਦਾ ਚਿੰਤਨ ਕਰਨਾ। ਜਿੱਥੋਂ ਇਹ ਵਿਸਥਾਰ ਆਇਆ ਹੈ ਉਹਦਾ ਚਿੰਤਨ ਕਰਨਾ। ਜਿਵੇਂ ਇੱਕ ਮੱਕੜੀ ਜਾਲਾ ਬਣਾਉਂਦੀ ਹੈ ਨਾ, ਆਪਣੇ ਤੋਂ ਕੱਢ ਕੇ ਹੀ, ਏਦਾਂ ਹੀ ਪ੍ਰਮਾਤਮਾ ਨੇ ਇਹ ਜਾਲਾ ਬੁਣਿਆ ਹੋਇਆ। ਉਹ ਜਿਹੜੀ ਮੱਕੜੀ ਹੈ, ਉਹ ਜਿਹੜਾ ਪ੍ਰਮਾਤਮਾ ਜਿੱਥੋਂ ਸਾਰਾ ਆਇਆ ਹੋਇਆ, ਉਹਦੇ ਨਾਲ ਉਹ ਇੱਕ ਹੈ। ਜਾਲਾ ਬਹੁਤ ਲੰਮਾ ਚੌੜਾ ਹੈ, ਇਹ ਤਾਣਾ ਪੇਟਾ ਬੜਾ, ਪਰ ਆਇਆ ਇੱਕੋ ਤੋਂ ਹੀ ਹੈ। ਇੱਕੋ ਹੀ ਖਿਆਲ ਵਿੱਚ ਆਪਾਂ ਰੱਖਣਾ। ਜੇ ਮਨ ਨੂੰ ਸ਼ਾਂਤ ਕਰਨਾ ਹੈ, ਪ੍ਰਮਾਤਮਾ ਦੇ ਨੇੜੇ ਜਾਣਾ ਹੈ, ਪ੍ਰਮਾਤਮਾ ਦਾ ਚਿੰਤਨ, ਪ੍ਰਮਾਤਮਾ ਦਾ ਸਿਮਰਨ। ਜਿੰਨਾ ਵੀ ਹੋ ਸਕੇ ਮਨ ਨੂੰ ਸੰਕੋਚਣਾ। ਏਕ ਅਰਾਧ ਪਰਾਸ਼ਤ ਗਏ। ਇੱਕ ਦੀ ਆਰਾਧਨਾ ਕਰਨੀ, ਇੱਕ ਦਾ ਹੀ ਚਿੰਤਨ ਕਰਨਾ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਮਨ ਤਨ ਕਰਕੇ ਇੱਕੋ ਦਾ ਹੀ ਚਿੰਤਨ।
इक्को दा ही रमण, इक्को ही ख्याल विच। पहले पहल बहुत कठिन होवेगा, हुंदा है, क्योंकि मन की आदत है भजन की, मन की आदत है विस्तार दे विच नठण दी। एक जगह टिकाउणा मन नूं बहुत औखा है। पहले पहले आपां भावें वाहिगुरू 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 जपण भी लग जाइए, वाहिगुरू ते मन नहीं टिकना। मन चाहुंदा है कुछ ना कुछ भजन नूं जगह होवे। जिवें आपां छोटा बच्चा देखिया है ना, उन्होंने आपां एक जगह बिठा नहीं सकते, उन्हें नठना भजना। ज्यादा तो ज्यादा आप कह सकते चल कमरे का ही राउंड ला, कमरे दे विच ही नट। इदां पहले पहल मन नूं टिकाउणा बहुत कठिन है। इसे करके पुराने महापुरुष कोई ना कोई जाप दे दिंदे सी लंबा, जिवें जपजी साहिब जी का पाठ करना। जपजी साहिब जी के पाठ से मन नूं टिकाउणा सिखाला है। मूल मंत्र ते टिकाउणा औखा है, मूल मंत्र नालों गुर मंत्र ते टिकाउणा होर औखा है। विस्तार दे विच मन चल सकता है, जिन्ना घट विस्तार उन्ना ही मन औखा है, क्योंकि बहुत ज्यादा आपां भजा चुके मन नूं। जिन्ना घटदा गया विस्तार उन्ना ही मन औखे हुंदे जाण। गुरु मंत्र का जाप होर औखा है, ते गुरु मंत्र तो भी आपां होर अंदर किसी का ध्यान, जिवें मैं कहा श्वासां का ध्यान, होर औखा। जिन्ना छोटा उन्ना ज्यादा औखा, जिन्ना विस्तार उन्ना ही सिखाला। मन नूं नठना उन्ना ही सिखाला हुंदा। संसार दे उपर मन नूं नठाउणा बहुत सिखाला है, अपने आप ही नठदा है। ते गुरबाणी जपजी साहिब जी का पाठ करना, उहदे ते मन नूं थिर करना, ध्यान पूर्वक पढ़ना, इन्ने विस्तार ते भी मन टिक जाए बहुत उपलब्धि। जिहदा जपजी साहिब ते टिक गया, उहदा आस्ते आस्ते ते फिर मूल मंत्र ते टिकना शुरू हो जाऊ। कोशिश करनी, फिर मूल मंत्र ते टिक गया, फिर आस्ते 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 गुरु मंत्र ते टिकू। फिर जे गुरु मंत्र ते टिक गया, आस्ते आस्ते फिर वो अंदर दा ध्यान, फिर अंदर नूं जाऊगा, धुन ते टिक जाऊगा। धुन ते तां ही टिकूगा जे आपां विस्तार घट करांगे। एकदम नहीं धुन ते टिकना है। जिवें अपना हुण विस्तार दे विच मन भज रिहा, आपां कदी टिकाया नहीं है, ते एकदम नहीं धुन ते टिक जाना। पहलां ते इहनूं आस्ते आस्ते छुट, हौली 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 कोशिश रोज करिए। आपां ज्यादा नहीं तो सवेरे शाम 2-3 घंटे कोशिश करिया करिए। जे अपना बिल्कुल मन ही टेकदा तो पाठ करिया करिए विचार के। जिवें सुखमनी साहिब जी का पाठ इहो करना शुरू कर दिया करिए विचार के, कम से कम इहदे ते टिकूगा ना। जे बिल्कुल ही नहीं टिक रहा है तो गुरबाणी नूं विचार के पढ़ना शुरू कर दिया करिए, तो हौली 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 फिर टिकना शुरू हो जाना। फिर मूल मंत्र का पाठ जां किसी शब्द का कर सकते, फिर वाहिगुरू दा जां होर किसी परमात्मा के नाम नूं लै लई, उहदे ते मन नूं टिकाउणा शुरू कर दी। ते हौली 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 मन नूं विस्तार तों घटाई। इहो ही अभ्यास है, इहनूं कहंदे हन अभ्यास। अभ्यास का भाव है भी बाहर संसार दे विच भटक रहे मन नूं हौली हौली उहदी रेंज घट करनी। जिवें अपने मोबाइल है ना, फोन भी रेंज घट, आपां कहने टावरां दी रेंज घट है, इत्थों तक नहीं आउंदी, उहदी कोशिश 2-3 मील तक रेंज, उस तों बाहर नहीं फड़दा। इदां ही अपने मन की रेंज नूं घट करदी है। हौली हौली इहनूं संकोच लईए, जिन्ना संकोचांगे उन्ना ही मन ने शांत हो। इहो ही अभ्यास है, हर वक्त ख्याल विच रखना है कि मन नूं संकोचना है। बहुतियां चीज़ां ते ना नठे, बहुतियां चीज़ां ते ना टप्पे, इधर उधर ना भटके, फिर एकाग्र होवे। एकाग्रता भी उपलब्धि नहीं है, एकाग्रता नूं भी छड्डना है। पर बहुतियां भटकरियां चीज़ां तो पहलां छुट्टे। आपां इउं समझ लईए जिवें छोटे छोटे डब्बे रखे होए, उन्हां उत्ते बच्चा छाला मारदा है,
15-20 डब्बे हैं, कदी इस डब्बे ते जांदा, कदी इस ते, कदी इस, वो सारे ही आपां चक लए। फिर एक डब्बा रह गया, एक डब्बे ते ही उछाला मारी जांदा, एक डब्बे नूं छड्ड देना। पर पहला सारे डब्बियां तों हौली हौली मुक्त ते हो गई, एक ते आ। पहला इन्ने पासे दौड़ रहा मन, एक ते आवे, एक को सिमर, एक दा ते चिंतन कर, एक ते आवे, फिर एक भी छुट्टू, फिर ਉਹਦੇ ਵਿੱਚ ਭੇਦ ਹੋ ਜਿਹਨੂੰ ਇੱਕ ਵੀ ਨਹੀਂ ਕਹਿ ਸਕਦੇ ਆਪਾਂ। ਤੇ ਧਾਰਮਿਕ ਮਾਰਗ, ਧਾਰਮਿਕ ਉਪਦੇਸ਼ ਗੁਰੂ ਸਾਹਿਬ ਜੀ ਦਾ ਇਹੋ ਹੀ ਹੈ। ਵਾਰ-ਵਾਰ ਇੱਕ ਦਾ ਭਾਵ ਇਸੇ ਕਰਕੇ ਇਹ ਖਿਆਲ ਵਿੱਚ ਰੱਖਣਾ ਹੈ ਵੀ ਮਨ ਨੂੰ ਟਿਕਾਉਣ ਵਾਸਤੇ ਇੱਕ ਦਾ ਚਿੰਤਨ ਜ਼ਰੂਰੀ ਹੈ, ਮਨ ਨੂੰ ਸ਼ਾਂਤ ਕਰਨ ਵਾਸਤੇ ਇੱਕ ਦਾ ਆਰਾਧਨ, ਇੱਕ ਦਾ ਖਿਆਲ, ਇੱਕ ਦਾ ਧਿਆਨ ਜ਼ਰੂਰੀ। ਵਾਰ-ਵਾਰ ਗੁਰਬਾਣੀ ਦੇ ਵਿੱਚ ਐਸੇ ਸ਼ਬਦ ਬਹੁਤ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਇੱਕ ਤੇ ਜ਼ੋਰ ਲਾਇਆ ਹੈ, ਇੱਕ ਦੇ ਚਿੰਤਨ ਤੇ ਹੀ ਜ਼ੋਰ ਲਾਇਆ ਹੋਇਆ। ਗੁਰੂ ਦਾ ਚਿੰਤਨ ਹੋਵੇ ਇੱਕ ਦਾ, ਜਾਂ ਪਰਮਾਤਮਾ ਦਾ ਚਿੰਤਨ ਇੱਕ ਦਾ ਹੋਵੇ, ਵਾਰ-ਵਾਰ ਕਿਹਾ ਹੋਇਆ। ਇਹ ਨਹੀਂ ਕਿਹਾ ਵੀ ਸੰਸਾਰ ਪਰਮਾਤਮਾ ਹੈ ਤੇ ਸੰਸਾਰ ਦਾ ਚਿੰਤਨ ਕਰੋ, ਐਸਾ ਕਿਤੇ ਵੀ ਨਹੀਂ। ਇੱਕ ਦਾ ਚਿੰਤਨ ਹੀ ਕਰਨ ਵਾਸਤੇ ਕਿਹਾ, ਉਸੇ ਕਰਕੇ ਕਿਹਾ ਵੀ ਮਨ ਨੂੰ ਟਿਕਾਉਣ ਵਾਸਤੇ, ਸ਼ਾਂਤ ਕਰਨ ਵਾਸਤੇ ਇੱਕ ਦਾ ਹੀ ਚਿੰਤਨ ਲਾਜ਼ਮੀ, ਤਾਂ ਹੀ ਮਨ ਟਿਕ ਸਕਦਾ ਹੈ, ਸ਼ਾਂਤ ਹੋ ਸਕਦਾ, ਥਿਰ ਹੋ ਸਕਦਾ। ਇਹ ਆਪਾਂ ਅਭਿਆਸ ਕਰਨਾ ਹੈ। ਜਿੰਨਾ ਆਪਾਂ ਅਭਿਆਸ ਕਰਾਂਗੇ ਓਨਾ ਹੀ ਮਨ ਨੇ ਸ਼ਾਂਤ ਹੋਣਾ। ਜਿੰਨਾ ਮਨ ਸ਼ਾਂਤ ਹੋਇਆ ਓਨਾ ਥਿਰ ਹੋਣਾ। ਜਿੰਨਾ ਥਿਰ ਹੈ ਮਨ ਓਨਾ ਹੀ ਪ੍ਰਮਾਤਮਾ ਦੇ ਨੇੜੇ। ਪ੍ਰਮਾਤਮਾ ਤੇ ਹੈ, ਉਹਦਾ ਅਨੁਭਵ, ਉਹਦੀ ਸਪਰਸ਼ਤਾ ਦਾ ਬੋਧ ਹੋਣਾ ਸ਼ੁਰੂ ਹੋ ਜਾਂਦਾ, ਉਹ ਖਿਆਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਜਿਹਦਾ ਮਨ ਸ਼ਾਂਤ ਹੈ ਨਾ, ਪ੍ਰਮਾਤਮਾ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ। ਜਿੰਨਾ ਮਨ ਭਟਕ ਰਿਹਾ ਹੈ ਉਹਨਾਂ ਪ੍ਰਮਾਤਮਾ ਦਾ ਕੋਈ ਪਤਾ ਨਹੀਂ। ਤੇ ਆਪਾਂ ਖਿਆਲ ਵਿੱਚ ਰੱਖੀਏ ਤੇ ਹੁਣ ਵੀ ਆਪਾਂ ਅਨੁਭਵ ਕਰੀਏ ਥੋੜਾ ਜਿਹਾ ਬੈਠ ਕੇ ਸਿੱਧੇ ਬਿਲਕੁਲ। ਥੋੜਾ ਜਿਹਾ ਆਪਾਂ ਖਿਆਲ ਰੱਖੀਏ, ਜਾਂ ਤਾਂ ਸਵਾਸਾਂ ਦਾ ਖਿਆਲ ਰੱਖੀਏ, ਜਿਹੜੇ ਪ੍ਰੇਮੀ ਸਵਾਸਾਂ ਦਾ ਖਿਆਲ ਕਰ ਸਕਦੇ, ਨਹੀਂ ਤਾਂ ਗੁਰ ਮੰਤਰ ਦਾ ਭਾਵ ਕਿ ਆਪਾਂ ਇੱਕੋ ਹੀ ਖਿਆਲ ਰੱਖੀਏ ਵੀ ਇੱਕੋ ਹੀ ਮਨ ਦੇ ਵਿੱਚ ਹੋ, ਬਹੁਤੇ ਪਾਸੇ ਮਨ ਨਾ ਭੱਜੇ। 10-15 ਮਿੰਟ ਵਾਸਤੇ, ਜ਼ਿਆਦਾ ਸਮਾਂ ਨਹੀਂ, ਇਹੋ ਹੀ ਆਪਾਂ ਕਰਕੇ ਦੇਖੀ ਵੀ ਬਹੁਤੇ ਪਾਸੇ ਨਾ ਮਨ ਭੱਜੇ। ਮਨ ਨੂੰ ਸੰਕੋਚੀਏ। ਸਵਾਸ ਚੱਲ ਰਹੇ ਹਨ, ਬਹੁਤ ਵਧੀਆ, ਅੰਦਰ ਬਾਹਰ ਸਵਾਸ ਆਪਣੇ ਆਪ ਹੀ ਚੱਲ ਰਹੇ ਹਨ। ਸਵਾਸਾਂ ਤੇ ਹੀ ਖਿਆਲ ਰੱਖੀ, ਬਸ ਆਉਂਦੇ ਜਾਂਦੇ ਸਵਾਸਾਂ ਤੇ ਪੂਰਾ ਧਿਆਨ ਰੱਖੀਏ ਵੀ ਇੱਕ ਸਵਾਸ ਆ ਰਿਹਾ, ਇੱਕ ਜਾ ਰਿਹਾ, ਇੱਕ ਆ ਰਿਹਾ, ਉਹਦੇ ਨਾਲ ਹੀ ਮਨ ਸ਼ਾਂਤ ਹੋ ਜਾਏ। ਕੁਛ ਵੀ ਕਰਨ ਦੀ ਲੋੜ ਨਹੀਂ। ਦੱਸ, ਕਰਨਾ ਦਰਅਸਲ ਕਰਨਾ ਮਨ ਦੀ ਸਪੀਡ ਵਧਾਉਣੀ ਹੁੰਦੀ, ਨਾ ਕਰਨਾ ਮਨ ਨੂੰ ਸ਼ਾਂਤ ਕਰਨਾ। ਆਪਾਂ ਕਹਿ ਦਿੰਦੇ ਧਿਆਨ ਕਰਨਾ, ਪਰ ਧਿਆਨ ਕਰਨਾ ਨਹੀਂ ਹੁੰਦਾ, ਨਾ ਕਰਨਾ ਹੁੰਦਾ। ਕੁਛ ਵੀ ਨਹੀਂ ਕਰਨਾ ਧਿਆਨ। ਪਰਿਭਾਸ਼ਾ ਦੇ ਵਿੱਚ ਆਪਾਂ ਧਿਆਨ ਵਾਸਤੇ ਵੀ ਕਰਨਾ ਵਰਤਦੇ ਹਾਂ। ਸੰਸਾਰ ਦੇ ਵਿੱਚ ਤੇ ਆਪਾਂ ਕੁਛ ਕਰਨਾ ਵਰਤਦੇ ਹੀ ਹਾਂ, ਵੀ ਕੋਈ ਕੰਮ ਕਰਨਾ, ਕੋਈ ਧੰਦਾ ਕਰਨਾ। ਧਿਆਨ ਨੂੰ ਵੀ ਆਪਾਂ ਕਹਿੰਦੇ ਕਰਨਾ, ਪਰ ਧਿਆਨ ਦਾ ਅਸਲੀ ਅਰਥ ਇਹ ਹੁੰਦਾ ਵੀ ਕੁਛ ਵੀ ਨਹੀਂ ਕਰਨਾ। ਉਹ ਆਪਣੇ ਵਾਸਤੇ ਔਖਾ ਹੈ, ਇਸ ਕਰਕੇ ਆਪਾਂ ਕੁਛ ਨਾ ਕੁਛ ਕਰਨਾ ਹੈ। ਸਵਾਸਾਂ ਤੇ ਧਿਆਨ ਕਰਨਾ, ਸ਼ਬਦ ਤੇ ਧਿਆਨ ਕਰਨਾ, ਸ਼ਬਦ ਸੂਰਤ ਦਾ ਮੇਲ, ਉਹ ਕਿਹਾ ਹੈ ਵੀ ਸ਼ਬਦ ਤੇ ਧਿਆਨ। ਸ਼ਬਦ ਦਾ ਜਾਪ ਕਰਦੇ ਰਹੀਏ, ਉਹਦੇ ਤੇ ਖਿਆਲ ਰੱਖੀਏ ਤਾਂ ਕਿ ਮਨ ਸ਼ਾਂਤ ਹੋਵੇ। ਆਸਤੇ ਆਸਤੇ ਖਿਆਲ ਰੱਖਣਾ ਸ਼ੁਰੂ ਕਰੀਏ। ਬਿਲਕੁਲ ਸਹਿਜੇ ਸਹਿਜੇ ਲੰਬੇ ਲੰਬੇ ਸਵਾਸ ਲੈਣੇ ਹੈ। ਜਿਨ੍ਹਾਂ ਨੇ ਸਵਾਸਾਂ ਤੇ ਧਿਆਨ ਕਰਨਾ ਜਾਂ ਗੁਰ ਸ਼ਬਦ ਤੇ ਕਰਨਾ, ਤਾਂ ਵੀ ਆਸਤੇ ਆਸਤੇ ਗੁਰ ਸ਼ਬਦ ਦੇ ਨਾਲ ਜੁੜੂਗਾ। ਛੇਤੀ ਨਹੀਂ, ਕਾਹਲੀ ਨਹੀਂ ਕਰਨੀ, ਜਿੰਨਾ ਵੀ ਹੋ ਸਕੇ ਆਸਤੇ ਆਸਤੇ ਇੱਕੋ ਤੇ ਹੀ ਟਿਕਾਉਣਾ ਹੈ। ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਜਾਤਾ। ਗੁਰੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਇਹ ਕੰਮ ਹੋਣਾ। ਗੁਰੂ ਦੀ ਕਿਰਪਾ ਹੋ ਹੀ ਰਹੀ, ਆਪਾਂ ਬੈਠੇ ਹੋਏ ਤਾਂ ਉਹਦੇ ਆਸਰੇ ਤੇ ਹੋਰ ਆਪਾਂ ਕੋਸ਼ਿਸ਼ ਕਰੀ, ਹੋਰ ਬਖਸ਼ਿਸ਼ ਦੇ ਪਾਤਰ ਬਣੇ।
10-15 ਮਿੰਟ ਵਾਸਤੇ ਬਿਲਕੁਲ ਸ਼ਾਂਤ।